ਚੈਨਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਕੁਝ ਖਬਰਾਂ ਕੈਨੇਡਾ ਦੀਆਂ ਅਖਬਾਰਾਂ ਦੇ ਵਿੱਚ ਕਿਹੜੀਆਂ ਖਬਰਾਂ ਨੂੰ ਸੁਰਖੀਆਂ ਵਜੋਂ ਛਾਪਿਆ ਗਿਆ, ਤੁਹਾਡੇ ਨਾਲ ਉਹ ਕੁਝ ਮੁੱਦੇ ਸਾਂਝੇ ਕਰਨ ਦੇ ਲਈ। ਕੋਵਿਡ-19 ਬਾਰੇ ਪਿਛਲੇ ਲੰਬੇ ਸਮੇਂ ਤੋਂ ਗੱਲਬਾਤ ਚੱਲਦੀ ਆ ਰਹੀ ਹੈ। ਪਹਿਲਾਂ ਕੋਵਿਡ-19, ਉਹਦੇ ਤੋਂ ਬਾਅਦ ਕੋਵਿਡ ਦੀ ਵੈਕਸੀਨ ਤੇ ਫਿਰ ਕੋਵਿਡ ਦੀ ਦਵਾਈ, ਇਹਦੀਆਂ ਗੱਲਾਂ ਬਾਤਾਂ ਚੱਲੀਆਂ। ਸਮੇਂ-ਸਮੇਂ ਦੇ ਉੱਤੇ ਵੱਖ-ਵੱਖ ਸੰਕਟ ਆਉਂਦੇ ਰਹੇ ਆ। ਕਦੇ ਕੋਵਿਡ-19 ਵੈਕਸੀਨ ਨੂੰ ਲੈ ਕੇ ਇਹ ਜਦੋਂ ਇਹਦੀ ਖੋਜ ਹੋਣੀ ਸੀ ਉਸ ਵੇਲੇ ਬਹੁਤ ਸਾਰੀਆਂ ਗੱਲਾਂ ਬਾਤਾਂ ਚੱਲੀਆਂ। ਫਿਰ ਵੈਕਸੀਨ ਮਾਰਕੀਟ ਦੇ ਵਿੱਚ ਆ ਗਈ, ਫਿਰ ਇਹਦੀ ਅਵੇਲੇਬਿਲਿਟੀ ਦਾ ਰੌਲਾ ਪਿਆ, ਕਿੱਥੇ ਅਵੇਲੇਬਲ ਹੋਵੇ, ਕਿਹੜੇ ਦੇਸ਼ ਆਪ ਬਣਾ ਸਕਦੇ ਆ, ਗਰੀਬ ਦੇਸ਼ ਕੀ ਕਰਨ। ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਸੰਕਟ ਸਾਹਮਣੇ ਆਇਆ। ਉਹ ਸੰਕਟ ਕੀ ਆ? ਜਿਹੜੀ ਅਫਰੀਕਨ ਕੰਟਰੀਜ਼ ਨੇ ਉਹਨਾਂ ਦੇ ਵਿੱਚ ਕੋਵਿਡ ਵੈਕਸੀਨ ਨੂੰ ਲੈ ਕੇ ਕੁਝ ਸਮੱਸਿਆ ਆ ਰਹੀ ਹੈ ਅਤੇ ਇਹ ਸਮੱਸਿਆ ਥੋੜ੍ਹੀ ਜਿਹੀ ਬਾਕੀ ਸਮੱਸਿਆ ਨਾਲੋਂ ਵੱਖਰੀ ਹੈ। ਅਫਰੀਕਨ ਹੈਲਥ ਅਫੀਸ਼ੀਅਲਸ ਅਤੇ ਜਿਹੜੇ ਯੂਨਾਈਟਿਡ ਨੇਸ਼ਨਸ ਆ, ਇਹਨਾਂ ਦੋਵਾਂ ਨੇ ਵਾਰਨਿੰਗ ਦਿੱਤੀ ਆ ਕਿ ਲਗਭਗ 2 ਬਿਲੀਅਨ ਸਰਿੰਜਾਂ ਦੀ ਸ਼ਾਰਟੇਜ ਆ ਸਕਦੀ ਆ, ਖਾਸ ਕਰਕੇ ਜਿਹੜੇ ਲੋ ਇਨਕਮ ਅਤੇ ਮਿਡਲ ਇਨਕਮ ਕੰਟਰੀਜ਼ ਨੇ, ਇਹਨਾਂ ਦੇ ਉੱਤੇ ਪੂਰੀ ਦੁਨੀਆ ਦੇ ਵਿੱਚ ਕੋਵਿਡ-19 ਵੈਕਸੀਨ ਲਾਉਣ ਦੇ ਲਈ। ਗਰੀਬ ਦੇਸ਼ਾਂ ਕੋਲ ਵੈਕਸੀਨ ਹੈ ਨਹੀਂ, ਵੈਕਸੀਨ ਉਹ ਬਣਾ ਨਹੀਂ ਸਕਦੇ, ਉਹ ਡਿਪੈਂਡ ਕਰ ਰਿਹਾ ਅਮੀਰ ਦੇਸ਼ਾਂ ਦੇ ਉੱਤੇ। ਕਈ ਪ੍ਰੋਗਰਾਮ ਯੂਨਾਈਟਿਡ ਨੇਸ਼ਨਸ ਨੇ ਚਲਾਏ ਸੀ ਕਿ ਜਿਹੜੇ ਅਮੀਰ ਦੇਸ਼ ਆ ਉਹ ਆਪਣੀ ਵੈਕਸੀਨ ਡੋਨੇਟ ਕਰਦੇ ਨੇ ਜਾਂ ਇਹਨਾਂ ਦੇਸ਼ਾਂ ਤੱਕ ਪਹੁੰਚਾਉਣ, ਕਿਉਂਕਿ ਕੋਵਿਡ-19 ਓਨਾ ਚਿਰ ਖਤਮ ਨਹੀਂ ਹੋਣਾ ਜਿੰਨਾ ਚਿਰ ਇਹ ਸਾਰੀ ਦੁਨੀਆ ਤੋਂ ਖਤਮ ਨਹੀਂ ਹੁੰਦਾ। ਕੌਨਸੈਪਟ ਇਹ ਚੱਲਿਆ ਸੀ ਕਿ ਜੇ ਇਸ ਵੇਲੇ ਕੋਵਿਡ-19 ਅਮੀਰ ਦੇਸ਼ਾਂ ਦੇ ਵਿੱਚੋਂ ਖਤਮ ਵੀ ਹੋ ਜਾਂਦਾ ਤਾਂ ਜਾਂ ਤਾਂ ਗਰੀਬ ਦੇਸ਼ਾਂ ਦੇ ਨਾਲ ਜਾਂ ਜਿਹੜੇ ਡਿਵੈਲਪਿੰਗ ਕੰਟਰੀਜ਼ ਨੇ ਉਹਨਾਂ ਦੇ ਨਾਲ ਇਹਨਾਂ ਦਾ ਟਰੈਵਲ ਬੰਦ ਹੋਣਾ ਚਾਹੀਦਾ। ਟਰੈਵਲ ਬੰਦ ਹੋ ਨਹੀਂ ਸਕਦਾ ਕਿਉਂਕਿ ਸਾਰਾ ਬਿਜ਼ਨਸ, ਸਾਰਾ ਵਪਾਰ, ਸਾਰੀਆਂ ਵਸਤਾਂ ਦਾ ਆਦਾਨ ਪ੍ਰਦਾਨ ਇੱਕ ਦੂਜੇ ਥਾਂ ਦੇ ਉੱਤੇ ਬਣਦਾ। ਅਤੇ ਜੇ ਇਹਨਾਂ ਗਰੀਬ ਮੁਲਕਾਂ ਦੇ ਵਿੱਚ ਜਾਂ ਜਿਹੜੇ ਮਿਡਲ ਇਨਕਮ ਵਾਲੇ ਮੁਲਕ ਨੇ, ਇਹਨਾਂ ਦੇ ਵਿੱਚ ਕੋਵਿਡ-19 ਇਸੇ ਤਰ੍ਹਾਂ ਰਹਿੰਦਾ, ਉੱਥੇ ਵੈਕਸੀਨ ਨਹੀਂ ਪਹੁੰਚਦੀ, ਤਾਂ ਉਹ ਜਿਹੜਾ ਕੋਵਿਡ-19 ਵਾਇਰਸ ਆ ਇਹਨੇ ਆਪਣੇ ਰੂਪ ਬਦਲ ਲੈਣੇ ਆ, ਇਹਦੀ ਮਿਊਟੇਸ਼ਨ ਹੋ ਜਾਣੀ ਆ ਅਤੇ ਉਹ ਮਿਊਟੇਸ਼ਨ ਇੰਨੀ ਖਤਰਨਾਕ ਹੋਣੀ ਹੈ ਕਿ ਜਿਹਦੇ ਉੱਤੇ ਵੈਕਸੀਨ ਅਸਰ ਨਹੀਂ ਕਰਦੀ ਅਤੇ ਉਹ ਫਿਰ ਜਿਹੜੇ ਬਾਕੀ ਦੁਨੀਆ ਦੇ ਵਿੱਚ ਫੈਲਣ ਦਾ ਖਤਰਾ ਬਣਿਆ ਰਹਿਣਾ। ਇਹਦਾ ਹੱਲ ਕੀ ਕੀਤਾ ਗਿਆ ਕਿ ਇਹਨਾਂ ਦੇਸ਼ਾਂ ਦੇ ਵਿੱਚ ਵੀ ਵੈਕਸੀਨ ਲਾਈ ਜਾਵੇ। ਹੁਣ ਵੈਕਸੀਨ ਲਾਉਣੀ ਆ, ਪਰ ਵੈਕਸੀਨ ਲਾਉਣ ਦੇ ਲਈ ਜਿਹੜੀਆਂ ਸਰਿੰਜਾਂ ਚਾਹੀਦੀਆਂ ਉਹਨਾਂ ਦੀ ਕਮੀ ਆ, ਉਹ ਕਿਤੇ ਨਾ ਕਿਤੇ ਪੂਰੀਆਂ ਨਹੀਂ ਹੋ ਰਹੀਆਂ। ਜਿੱਦਾਂ ਹੁਣ ਇਸ ਵੇਲੇ ਕੋਵਿਡ-19 ਵੈਕਸੀਨ ਦੀਆਂ ਡੋਜ਼ਸ ਵੱਧ ਰਹੀਆਂ ਆ, ਰੂਟੀਨ ਵੈਕਸੀਨੇਸ਼ਨ ਵੱਧ ਰਹੀ ਆ, ਸਰਿੰਜਾਂ ਦੀ ਕਮੀ ਕਹਿੰਦੇ ਇਹਦੇ ਉੱਤੇ ਅਸਰ ਪਾ ਸਕਦੀ ਆ ਕਿ ਜਿਸ ਤਰੀਕੇ ਦੇ ਨਾਲ ਵੈਕਸੀਨ ਲੱਗਣੀ ਆ ਉਸ ਤਰੀਕੇ ਦੇ ਨਾਲ ਇਹ ਨਹੀਂ ਲੱਗੂਗੀ। ਯੂਨੀਸੈਫ ਨੇ ਇਹ ਗੱਲ ਕਹੀ ਆ ਕਿ 2.2 ਮਿਲੀਅਨ ਜਿਹੜੀਆਂ ਆਟੋ ਡਿਸਪੋਜ਼ਲ ਸਰਿੰਜਸ ਹੁੰਦੀਆਂ, ਜਿਹੜੀਆਂ ਆਟੋਮੈਟਿਕਲੀ ਲੌਕ ਹੋ ਜਾਂਦੀਆਂ ਯੂਜ਼ ਕਰਨ ਤੋਂ ਬਾਅਦ, ਤਾਂ ਕਿ ਹੋਰ ਕੋਈ ਉਹਨੂੰ ਦੁਬਾਰਾ ਨਾ ਯੂਜ਼ ਕਰ ਸਕੇ। ਉਹ ਕਹਿੰਦੇ ਅਸੀਂ ਐਂਟੀਸਪੇਟ ਕਰ ਰਹੇ ਹਾਂ ਕਿ ਇੰਨੀਆਂ ਜ਼ਿਆਦਾ ਜਿਹੜੀਆਂ ਸਰਿੰਜਸ ਆ ਉਹਦੀ ਸ਼ਾਰਟੇਜ ਹੋ ਸਕਦੀ ਹੈ। ਉਹ ਸਰਿੰਜਸ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ ਇਸ ਕੰਮ ਦੇ ਲਈ, ਕੋਵਿਡ-19 ਵੈਕਸੀਨ ਦੇ ਲਈ, ਕਿਉਂਕਿ ਇਸ ਵੇਲੇ ਇਹਨਾਂ ਦੇਸ਼ਾਂ ਨੇ ਅਫਰੀਕਨ ਜਿਹੜੇ ਉੱਥੇ ਉਸ ਅਫਰੀਕਨ ਕੰਟੀਨੈਂਟ ਆ ਉਹਦੇ ਵਿੱਚ ਸਪਲਾਈ ਦਿੱਤੀ ਹੈ ਹੁਣ ਬਹੁਤ ਸਾਰੀ ਵੈਕਸੀਨ ਦੀ। ਉੱਥੇ ਵੈਕਸੀਨੇਸ਼ਨ ਹੈ ਨਹੀਂ, ਲੈਸ ਦੈਨ 6%, ਮਤਲਬ 6% ਲੋਕ ਉੱਥੋਂ ਦੇ ਅਜੇ ਪੂਰੇ ਜਿਹੜੇ ਵੈਕਸੀਨੇਟ ਹੋਏ ਆ। 1.3 ਬਿਲੀਅਨ ਲੋਕ ਉੱਥੇ ਜਿਹੜੇ ਰਹਿੰਦੇ ਆ। ਹੁਣ 6% ਤਾਂ ਬਹੁਤ ਘੱਟ ਆ, 90% ਤੱਕ ਜਾ ਕੇ ਫਿਰ ਹਰਡ ਇਮਿਊਨਿਟੀ ਦੀ ਗੱਲਬਾਤ ਚੱਲਦੀ ਹੈ। ਅਤੇ ਉੱਤੋਂ ਜਿਹੜੀ ਹੁਣ ਇਹ ਪ੍ਰੋਸੈਸ ਤੇਜ਼ ਹੋਇਆ ਸੀ ਵੈਕਸੀਨ ਲਾਉਣ ਦਾ, ਸਰਿੰਜਾਂ ਦੀ ਕਮੀ ਇਹਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਇਹਦੀ ਗੱਲਬਾਤ ਕਰ ਰਿਹਾ। ਉਹ ਕਹਿ ਰਿਹਾ ਕਿ ਸਾਡੇ ਜਿਹੜੇ ਬਹੁਤ ਸਾਰੇ ਦੇਸ਼ ਆ, ਜਿਵੇਂ ਸਾਊਥ ਅਫਰੀਕਾ ਦੇ ਕੀਨੀਆ, ਰਵਾਂਡਾ, ਇਹਨਾਂ ਥਾਵਾਂ ਦੇ ਉੱਤੇ ਉਹ ਕਹਿੰਦੇ ਅਸੀਂ ਸਰਿੰਜਸ ਆਲਰੇਡੀ ਡਿਲੇ ਦੇ ਨਾਲ ਪਹੁੰਚ ਰਹੀਆਂ, ਜਿਹੜੀ ਜਿਸ ਤਰੀਕੇ ਦੇ ਨਾਲ ਹੁਣ, ਕਿਉਂਕਿ ਸਰਿੰਜਸ ਤਾਂ ਵੈਕਸੀਨ ਲਈ ਚਾਹੀਦੀਆਂ, ਜਿਹੜੀਆਂ ਰੂਟੀਨ ਵੈਕਸੀਨ ਲੱਗਦੀਆਂ, ਬੱਚਿਆਂ ਦੇ ਵੈਕਸੀਨ ਲੱਗਦੀਆਂ, ਚਾਈਲਡਹੁੱਡ ਵੈਕਸੀਨੇਸ਼ਨ ਆ, ਉਹ ਸਰਿੰਜਾਂ ਦੀ ਕਮੀ ਉੱਥੇ ਵੀ ਆ ਰਹੀ ਹੈ। ਉਹਨਾਂ ਦੇ ਉੱਤੇ ਵੀ ਇਹਦਾ ਅਸਰ ਪੈ ਰਿਹਾ। ਸੋ ਮਾੜੇ ਦੇਸ਼ਾਂ ਦੇ ਉੱਤੇ ਦੋਹਰੀ ਮਾਰ ਪੈ ਰਹੀ ਹੈ। ਇੱਕ ਤਾਂ ਕੋਵਿਡ-19 ਦੀ ਵੈਕਸੀਨ ਨਹੀਂ ਉਹਨਾਂ ਨੂੰ ਮਿਲ ਰਹੀ, ਜਿਹੜੀ ਲਾਉਣ ਦੇ ਲਈ ਸਰਿੰਜਾਂ ਨਹੀਂ ਮਿਲ ਰਹੀਆਂ, ਅਤੇ ਦੂਜਾ ਉਹ ਸਾਰੀਆਂ ਸਰਿੰਜਸ ਜਿਹੜੀਆਂ ਚਾਈਲਡਹੁੱਡ ਵੈਕਸੀਨੇਸ਼ਨ ਦੀਆਂ, ਰੂਟੀਨ ਵੈਕਸੀਨੇਸ਼ਨ ਦੇ ਲਈ ਯੂਜ਼ ਹੋਣੀਆਂ ਸੀ, ਉੱਥੇ ਵੀ ਹੁਣ ਸਮੱਸਿਆ ਆਉਣ ਲੱਗ ਪਈ ਹੈ, ਕਿਉਂਕਿ ਉਹ ਸਾਰਾ ਕੁਛ ਉਹਨਾਂ ਨੂੰ ਇੱਧਰਲੇ ਪਾਸੇ ਭੇਜਣਾ ਪੈ ਰਿਹਾ। ਦੁਨੀਆ ਦੇ ਵਿੱਚ ਬਹੁਤ ਸਾਰੇ 100 ਦੇ ਕਰੀਬ ਦੇਸ਼ ਦੱਸੇ ਜਾ ਰਹੇ ਜਿਨ੍ਹਾਂ ਦੇ ਉੱਤੇ ਇਹਨਾਂ ਨੂੰ ਆਟੋ ਡਿਸਪੋਜ਼ਲ ਸਰਿੰਜਸ ਦਾ ਅਸਰ ਪਿਆ ਆ। ਜਿਹੜੀ ਓਵਰਆਲ ਮਾਡਲਿੰਗ ਆ ਉਹ ਇਸ ਵੇਲੇ ਸ਼ੋਅ ਕਰ ਰਹੀ ਆ ਕਿ ਜਿਹੜੇ ਰਵਾਂਡਾ ਦੇ ਵਿੱਚ ਖਾਸ ਕਰਕੇ ਕੋਵਿਡ-19 ਵੈਕਸੀਨੇਸ਼ਨ ਦੇ ਉੱਤੇ ਸਿੱਧਾ ਗੈਪ ਆ। ਦੂਜੀ ਗੱਲ, ਜਿਹੜੀ ਵੈਕਸੀਨ ਆ ਉਹਦੀ ਸ਼ੈਲਫ ਲਾਈਫ ਬਹੁਤ ਸ਼ਾਰਟ ਆ, ਮਤਲਬ ਥੋੜ੍ਹੇ ਚਿਰ ਬਾਅਦ ਉਹਨੇ ਐਕਸਪਾਇਰ ਹੋ ਜਾਣਾ ਜਾਂ ਉਹਨੇ ਖਤਮ ਹੋ ਜਾਣਾ।
ਕਈ ਵਾਰੀ ਮਹੀਨਾ ਹੁੰਦਾ ਜੀ, ਕਈ ਵਾਰੀ 2 ਮਹੀਨੇ ਹੁੰਦੇ ਐਕਸਪਾਇਰੀ ਡੇਟ ਤੋਂ ਪਹਿਲਾਂ ਇਸ ਵੈਕਸੀਨ ਦੀ। ਅਤੇ ਜੇ ਇਹ ਸਰਿੰਜਾਂ ਨਾ ਬਣੀਆਂ ਅਤੇ ਸਰਿੰਜਾਂ ਬਣ ਕੇ ਉੱਥੇ ਤੱਕ ਟਾਈਮ ਦੇ ਉੱਤੇ ਨਾ ਪਹੁੰਚੀਆਂ ਤਾਂ ਇਹ ਇੱਕ ਵੱਡੀ ਸਮੱਸਿਆ ਇਹ ਵੀ ਆ ਸਕਦੀ ਹੈ ਕਿ ਜਦੋਂ ਉਹਨੂੰ ਸਰਿੰਜਾਂ ਪੂਰੀ ਤਰ੍ਹਾਂ ਬਣ ਕੇ ਉੱਥੇ ਸਪਲਾਈ ਪਹੁੰਚੇ ਉਦੋਂ ਨੂੰ ਵੈਕਸੀਨ ਐਕਸਪਾਇਰ ਹੋ ਜਾਵੇ। ਸੋ ਆਪਣੇ ਕਿਸਮ ਦੀਆਂ ਇਹ ਅਲੱਗ-ਅਲੱਗ ਸਮੱਸਿਆਵਾਂ, ਔਰ ਜਿੰਨੀ ਗਰੀਬੀ ਹੈ, ਜਿੰਨੀ ਆਮਦਨ ਘੱਟ ਵਾਲੇ ਦੇਸ਼ ਆ, ਉੱਥੇ ਸਮੱਸਿਆਵਾਂ ਜ਼ਿਆਦਾ ਆ ਰਹੀਆਂ ਅਤੇ ਬਿਨਾਂ ਸ਼ੱਕ ਉੱਥੇ ਕੋਵਿਡ-19 ਜਿਹੜਾ ਜ਼ਿਆਦਾ ਮਾਰ ਕਰ ਰਿਹਾ, ਉਹਨਾਂ ਨੂੰ ਜਿਹੜੀ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਵਰਲਡ ਹੈਲਥ ਆਰਗੇਨਾਈਜੇਸ਼ਨ ਇਸ ਵੇਲੇ ਕਹਿ ਰਹੀ ਹੈ ਕਿ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਇਹਦੀ ਪਲਾਨ ਕਰਨੀ ਚਾਹੀਦੀ ਹੈ ਅਤੇ ਪਲਾਨ ਤੋਂ ਬਿਨਾਂ ਅਸੀਂ ਬਹੁਤ ਵੱਡੇ ਕਿਸੇ ਟਰਬਲ ਦੇ ਵਿੱਚ ਪੈ ਸਕਦੇ ਹਾਂ। ਅਫਰੀਕਨ ਕੰਟੀਨੈਂਟ ਦੇ ਵਿੱਚ 8.4 ਮਿਲੀਅਨ ਕਨਫਰਮਡ ਕੇਸਿਸ ਨੇ ਕੋਵਿਡ-19 ਦੇ, ਜਿਨ੍ਹਾਂ ਵਿੱਚ 2,18,000 ਡੈਥਸ ਹੋਈਆਂ। ਇਸ ਹਫ਼ਤੇ ਜਿਹੜੀ US ਨੇ ਅਨਾਊਂਸਮੈਂਟ ਕੀਤੀ ਆ ਕਿ ਉਹ ਐਗਜ਼ੰਪਸ਼ਨ ਦੇ ਦੂਗਾ ਉਹਨਾਂ ਟਰੈਵਲਰਸ ਨੂੰ ਬਹੁਤ ਸਾਰੀਆਂ ਅਫਰੀਕਨ ਕੰਟਰੀਜ਼ ਤੋਂ ਜਿਹੜੇ ਉੱਥੇ ਯੂਨਾਈਟਿਡ ਸਟੇਟਸ ਦੇ ਵਿੱਚ ਆਉਂਦੇ ਆ ਨਵੰਬਰ ਦੇ ਵਿੱਚ ਬਿਨਾਂ ਉਹਦੇ ਇਮਿਊਨਾਈਜੇਸ਼ਨ ਦੇ। ਯੂਨਾਈਟਿਡ ਸਟੇਟਸ ਨੇ ਇਹ ਵੀ ਗੱਲ ਕਹੀ ਸੀ ਕਿ ਕਿਉਂਕਿ ਸਿਟੀਜ਼ਨ ਜਿਹੜੇ ਆ ਉੱਥੇ ਉਹਨਾਂ ਕੋਲ ਵੈਕਸੀਨ ਹੈ ਨਹੀਂ ਗੀ, ਉਹਨਾਂ ਨੂੰ ਅਸੀਂ ਕੇਸ ਬਾਈ ਕੇਸ ਬੇਸਿਸ ਦੇ ਉੱਤੇ ਦੇਖਾਂਗੇ ਵੀ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਡੀਲ ਕੀਤਾ ਜਾਣਾ। ਸਰਿੰਜਾਂ ਦੀ ਸ਼ਾਰਟੇਜ ਗਰੀਬਾਂ ਦੇ ਉੱਤੇ ਪੈ ਰਹੀ ਦੋਹਰੀ ਮਾਰ, ਇੱਕ ਕੋਵਿਡ ਦੀ, ਦੂਜੀ ਵੈਕਸੀਨ ਦੀ ਸ਼ਾਰਟੇਜ ਦੀ, ਅਤੇ ਤੀਜੀ ਵੈਕਸੀਨ ਲਾਉਣ ਲਈ ਸਰਿੰਜਾਂ ਦੀ ਕਮੀ। ਕੈਨੇਡਾ ਇੱਕ ਵਿਕਸਿਤ ਦੇਸ਼ ਹੈ। ਵਿਕਸਿਤ ਦੇਸ਼ ਦੇ ਵਿੱਚ ਸਮੱਸਿਆਵਾਂ ਵਿਕਾਸਸ਼ੀਲ ਦੇਸ਼ਾਂ ਨਾਲੋਂ ਘੱਟ ਹੁੰਦੀਆਂ, ਜੇ ਹੁੰਦੀਆਂ ਤਾਂ ਵੱਖਰੀ ਤਰ੍ਹਾਂ ਦੀਆਂ ਹੁੰਦੀਆਂ, ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉੱਥੇ ਸਮੱਸਿਆਵਾਂ ਹੈ ਨਹੀਂ। ਕੈਨੇਡਾ ਦੇ ਵਿੱਚ ਵੀ ਬਹੁਤ ਸਾਰੀਆਂ ਸਮੱਸਿਆਵਾਂ ਨੇ। ਕਈ ਕਿਸਮ ਦੀਆਂ ਵਿਕਾਸਸ਼ੀਲ ਦੇਸ਼ਾਂ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਵੀ ਲੋਕਾਂ ਨੂੰ ਕਰਨਾ ਪੈਂਦਾ। ਚੋਰੀ ਇੱਕ ਇਹੋ ਜਿਹੀ ਚੀਜ਼ ਆ ਜਿਹਦੇ ਉੱਤੇ ਸਰਕਾਰ ਨੱਥ ਪਾਉਣ ਦਾ ਯਤਨ ਕਰਦੀ ਹੈ, ਪਰ ਕਿਤੇ ਨਾ ਕਿਤੇ ਚੋਰ ਫਿਰ ਵੀ ਸਫਲ ਹੋ ਜਾਂਦੇ ਆ। ਚੋਰੀ ਛੋਟੀਆਂ-ਮੋਟੀਆਂ ਚੀਜ਼ਾਂ ਦੀ ਹੁੰਦੀ ਹੈ, ਪਰ ਪਿਛਲੇ ਸਮੇਂ ਦੇ ਵਿੱਚ ਜਿਹੜੇ ਟਰੱਕ ਅਤੇ ਟ੍ਰੇਲਰ ਨੇ ਉਹ ਪੂਰੇ ਦੇ ਪੂਰੇ ਜਿਹੜੇ ਉਹ ਚੋਰੀ ਕਰ ਲਏ ਜਾਂਦੇ ਆ ਅਤੇ ਫਿਰ ਉਹਦੇ ਤੋਂ ਬਾਅਦ ਉਹਨਾਂ ਨੂੰ ਕਿਸੇ ਦੂਜੇ ਥਾਂ ਦੇ ਉੱਤੇ ਵੇਚਿਆ ਜਾਂਦਾ। ਮਤਲਬ ਛੋਟੀ-ਮੋਟੀ ਚੀਜ਼ ਚੋਰੀ ਕਰਨੀ ਹੋਰ ਚੀਜ਼ ਹੁੰਦੀ ਹੈ, ਪਰ ਟ੍ਰੇਲਰ ਦੇ ਟ੍ਰੇਲਰ ਚੋਰੀ ਕਰ ਲੈਣੇ ਅਤੇ ਕਈ ਵਾਰੀ ਸਮਾਨ ਨਾਲ ਭਰੇ ਹੋ ਚੋਰੀ ਕਰਕੇ ਅਤੇ ਉਹਦੇ ਤੋਂ ਬਾਅਦ ਖਾਲੀ ਕਰਕੇ ਉੱਥੇ ਛੱਡ ਦਿੱਤੇ ਜਾਂਦੇ ਆ। ਇਸ ਤਰ੍ਹਾਂ ਦੀਆਂ ਖਬਰਾਂ ਕੈਨੇਡਾ ਦੇ ਵਿੱਚ ਅਕਸਰ ਸੁਣਨ ਨੂੰ ਮਿਲਦੀਆਂ। ਪਿੱਛੇ ਜਿਹੀ ਖਬਰ ਆਈ ਸੀ ਕਿ ਇੱਕ ਟਰੋਲਰ ਸੀਗਾ ਜਿਹੜਾ ਲੋਡ ਕੀਤਾ ਹੋਇਆ ਸੀ, ਜਿਹਦੇ ਵਿੱਚ ਲਗਭਗ ਦੱਸਦੇ ਆ ਕਿ ਜਿਹੜੇ 500K ਦੇ ਜਿਹੜੇ ਵਰਥ ਦੇ ਵੈਬ ਕੈਮ ਸੀਗੇ, ਸੋ ਉਹ ਮਿਲੇ ਸੀਗੇ ਉੱਥੇ। ਟ੍ਰੇਲਰ ਚੋਰੀ ਕਰਕੇ ਲੈ ਗਏ ਅਤੇ ਬਾਅਦ ਦੇ ਵਿੱਚ ਉਹਨੂੰ ਖਾਲੀ ਕਰਕੇ ਵਾਟਰਲੂ ਦੇ ਨੇੜੇ ਛੱਡ ਗਏ। ਇਸ ਤਰੀਕੇ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਅਤੇ ਹੁਣ 3 ਜਿਹੜੇ ਕਥਿਤ ਤੌਰ ਦੇ ਉੱਤੇ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮਿਲੀਅਨਸ ਆਫ ਡਾਲਰਸ ਦੇ ਟਰੱਕ, ਕਾਰਗੋ ਅਤੇ ਹੋਰ ਚੀਜ਼ਾਂ ਚੋਰੀ ਕਰ ਲਈ ਸਦਰਨ ਅੰਟੈਰੀਓ ਦੇ ਵਿੱਚ। ਉੱਥੇ ਜਿਹੜੇ ਬਿਜ਼ਨਸ ਨੇ ਉਹਨਾਂ ਦੇ ਵਿੱਚੋਂ ਪੀ ਰੀਜਨ ਪੁਲਿਸ ਕਹਿ ਰਹੀ ਹੈ ਕਿ ਕਮਰਸ਼ੀਅਲ ਆਟੋ ਕ੍ਰਾਈਮ ਬਿਊਰੋ ਨੇ ਇੱਕ ਜਿਹੜੇ ਇਨਵੈਸਟੀਗੇਸ਼ਨ ਲਾਂਚ ਕੀਤੀ ਸੀ ਅਪ੍ਰੈਲ ਦੇ ਵਿੱਚ, ਅਤੇ ਉਹਦੇ ਤੋਂ ਬਾਅਦ ਇੱਕ ਪੂਰੇ ਤੋਂ ਪੂਰੇ ਕ੍ਰਾਈਮ ਗ੍ਰਿਪ ਦੇ ਉੱਤੇ ਫੜਿਆ ਗਿਆ। ਪੀ ਰੀਜਨ ਦੇ ਵਿੱਚ, GTA ਦੇ ਵਿੱਚ ਜਾਂ ਗੋਲਡਨ ਹਾਰਸ ਸ਼ੂ ਦੇ ਵਿੱਚ ਟਰੈਕਟਰ, ਐਮਟੀ ਕਾਰਗੋ ਟ੍ਰੇਲਰਸ ਜਿਹੜੇ ਚੋਰੀ ਕੀਤੇ ਗਏ ਸੀ ਉਹ ਫੜੇ। ਕੰਪਨੀਆਂ ਜਿਹੜੀਆਂ ਇਹਨਾਂ ਨੂੰ ਕਹਿੰਦੇ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜੀਆਂ ਪ੍ਰੋਪਰਟੀ ਚੋਰੀ ਕਰਦੇ ਆ, ਚੋਰੀ ਕਰਕੇ ਇਹਨਾਂ ਪ੍ਰੋਪਰਟੀਆਂ ਦੇ ਉੱਤੇ ਹਾਈਡ ਕਰਦੇ ਆ, ਲੁਕਾਉਂਦੇ ਆ ਅਤੇ ਫਿਰ ਉਹਨਾਂ ਨੂੰ ਉਹਦੇ ਤੋਂ ਬਾਅਦ ਇਹ ਵੇਚ ਦਿੰਦੇ ਆ। ਬੁੱਧਵਾਰ ਨੂੰ ਉਹ ਕਹਿੰਦੇ ਜਿਹੜੇ ਸਟੋਲਨ ਵਹੀਕਲਸ ਆ ਉਹ ਜਿਹੜੇ ਲੋਡਡ ਕਾਰਗੋ ਟ੍ਰੇਲਰ ਮੂਵ ਕਰਨ ਦੇ ਲਈ ਵਰਤੇ ਜਾਂਦੇ ਆ ਅਤੇ ਫਿਰ ਇਹਨਾਂ ਨੂੰ ਸਟੋਰੇਜ ਫੈਸਿਲਿਟੀਜ਼ ਦੇ ਉੱਤੇ ਲੁਕੋ ਦਿੱਤਾ ਜਾਂਦਾ ਅਤੇ ਫਿਰ ਇਹਨਾਂ ਨੂੰ ਵੇਚ ਦਿੱਤਾ ਜਾਂਦਾ। ਬਹੁਤ ਸਾਰੀਆਂ ਆਈਟਮਸ ਜਿਹੜੀਆਂ ਹੁੰਦੀਆਂ ਇਹਦੇ ਵਿੱਚ ਕਹਿੰਦੇ ਉਹ ਮਾਰਕੀਟ ਦੇ ਵਿੱਚ ਲਿਕੁਇਡੇਟਰ ਦੇ ਵਿੱਚ ਡਾਲਰ ਸਟੋਰ ਦੇ ਉੱਤੇ ਜਾ ਕੇ ਉਹਨਾਂ ਦਾ ਅੰਤ ਹੁੰਦਾ, ਜਿੱਥੇ ਲੋਕ ਭੋਲੇ ਭਾਲੇ ਲੋਕ ਉਹਨਾਂ ਨੂੰ ਖਰੀਦ ਲੈਂਦੇ ਬਿਨਾਂ ਇਹ ਜਾਣਿਓ ਕਿ ਇਹ ਚੋਰੀ ਦੀਆਂ ਜਾਂ ਕਿਸੇ ਹੋਰ ਥਾਂ ਦੇ ਉੱਤੋਂ ਇਹਨਾਂ ਨੂੰ ਚੋਰੀ ਕਰਕੇ ਲਿਆਂਦਾ ਗਿਆ। ਇਸ ਮਾਮਲੇ ਦੇ ਵਿੱਚ ਹੁਣ ਕੁਛ ਪੁਲਿਸ ਨੇ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ, ਜਿਹੜੀਆਂ ਸਰਚ ਵਾਰੰਟ ਕੀਤੇ ਆ, ਉਹਦੇ ਵਿੱਚ 20 ਸਟੋਲਨ ਕਾਰਗੋ ਲੋਡਸ, ਟਰੈਕਟਰ ਟ੍ਰੇਲਰਸ ਅਤੇ ਇਹਨਾਂ ਦੀ ਅਪਰੋਕਸੀਮੇਟ ਵੈਲਿਊ $4 ਮਿਲੀਅਨ ਦੱਸੀ ਜਾ ਰਹੀ ਹੈ। ਪੁਲਿਸ ਨੇ ਰਿਕਵਰ ਕਰ ਲਏ। ਮਤਲਬ $4 ਮਿਲੀਅਨ ਦੇ ਚੋਰੀ ਕੀਤੇ ਟਰੱਕ, ਟਰੈਕਟਰ ਜਾਂ ਟ੍ਰੇਲਰ ਇਹ ਪੁਲਿਸ ਨੇ ਫੜ ਲਏ ਆ ਅਤੇ ਹੁਣ ਇਹਨਾਂ ਨੂੰ ਜਿਹੜਾ ਹੌਲੀ ਹੌਲੀ ਉਹਨਾਂ ਦੇ ਅਸਲੀ ਮਾਲਕਾਂ ਤੱਕ ਵਾਪਸ ਪਹੁੰਚਾਇਆ ਜਾ ਰਿਹਾ। ਚਾਰਜ ਵੀ ਲੱਗੇ ਆ ਕੁਛ ਲੋਕਾਂ ਦੇ ਉੱਤੇ। ਧਨਵੰਤ ਗਿੱਲ, ਇਹਦੀ 39 ਸਾਲ ਉਮਰ ਦੱਸਦੀ ਹੈ। ਰਵਨੀਤ ਬਰਾੜ, ਇਹਦੀ 25 ਸਾਲ ਉਮਰ ਦੱਸੀ ਜਾ ਰਹੀ ਹੈ ਅਤੇ ਦਵੇਸ਼ ਪਾਲ, ਇਹਦੀ 23 ਸਾਲ ਉਮਰ ਦੱਸੀ ਜਾ ਰਹੀ ਹੈ। ਇਹਨਾਂ ਤਿੰਨਿਆਂ ਨੂੰ ਚਾਰਜ ਕੀਤਾ ਗਿਆ। ਇਹਨਾਂ ਦੇ ਉੱਤੇ ਅਜੇ ਤੱਕ ਇਹ ਦੋਸ਼ ਲਾਏ ਗਏ ਆ ਵੀ ਇਹ ਜਿਹੜੇ 4 ਮਿਲੀਅਨ ਦੇ ਟਰੱਕ ਚੋਰੀ ਕਰਨ ਅਤੇ ਹੋਰ ਸਮਾਨ ਚੋਰੀ ਕਰਨ ਦਾ ਵਿੱਚ ਸਿੱਧਾ ਜਿਹੜਾ ਹੱਥ ਸੀ ਇਹਨਾਂ ਦਾ ਸੀ। ਹਾਲਾਂਕਿ ਹੁਣ ਇਹ
ਦੋਸ਼ ਸਾਬਤ ਹੁੰਦੇ ਆ ਜਾਂ ਇਹਦਾ ਕੀ ਬਣਦਾ ਇਹਦੇ ਵਿੱਚ। ਧਨਵੰਤ ਗਿੱਲ, ਰਵਨੀਤ ਬਰਾੜ ਤੇ ਦੇਵੇਸ਼ ਪਾਲ, ਇਹਨਾਂ ਤਿੰਨਾਂ ਦੇ ਉੱਤੇ ਇਹ ਚਾਰਜ ਲੱਗੇ ਆ। ਤੇ ਪੁਲਿਸ ਮੰਗ ਕਰ ਰਹੀ ਹੈ ਕਿ ਕਿਸੇ ਨੂੰ ਹੋਰ ਇਨਫੋਰਮੇਸ਼ਨ ਹੋਵੇ ਜਾਂ ਜਿਨ੍ਹਾਂ ਦਾ ਇਹ ਸਮਾਨ ਚੋਰੀ ਹੋਇਆ ਹੈ ਉਹਨਾਂ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਇਹਨਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ 905 453 2121 9054532121 ਜਾਂ ਕ੍ਰਾਈਮ ਸਟਾਪਰ ਨੂੰ ਤੁਸੀਂ ਕਾਲ ਕਰ ਸਕਦੇ ਹੋ ਜੇ, ਕਿਉਂਕਿ ਬਹੁਤ ਸਾਰੇ ਲੋਕ ਉਹ ਹੁੰਦੇ ਆ ਜਿਹੜੇ ਦੱਸਣਾ ਤਾਂ ਚਾਹੁੰਦੇ ਆ ਇਹਦੇ ਬਾਰੇ ਕੁਛ ਪਰ ਆਪਣਾ ਨਾਂ ਨਹੀਂ ਅੱਗੇ ਆਉਣਾ ਚਾਹੁੰਦੇ, ਉਹ ਅਨੋਨੀਮਸ ਰਹਿ ਸਕਦੇ ਆ। 18002222 ਟਿਪਸ ਜਾਣੀ ਕਿ 8477 ਇਸ ਨੰਬਰ ਦੇ ਉੱਤੇ ਵੀ ਕਾਲ ਕਰ ਸਕਦੇ ਆ। ਇਹ ਜਦੋਂ ਅਸੀਂ ਕੈਨੇਡਾ ਦੀ ਗੱਲ ਕਰ ਰਹੇ ਹਾਂ ਤਾਂ ਅਮਰੀਕਾ ਦੇ ਵਿੱਚ ਵੀ ਅਜੇ ਕੱਲ੍ਹ ਇੱਕ ਖਬਰ ਆਈ ਸੀ ਕਿ ਜਿਹੜੇ 200,000 ਜਾਣੀ ਕਿ 2 ਲੱਖ ਦੇ ਜਿਹੜੇ ਸਟੋਲਨ ਪ੍ਰੋਪਰਟੀ ਸੀਗੀ ਉਹ ਰਿਕਵਰ ਕੀਤੀ ਸੀ ਰਿਸਾਈਕਲਿੰਗ ਕੰਪਨੀ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਮਰਸਡ ਦੇ ਵਿੱਚ। ਪੁਲਿਸ ਨੇ ਦੱਸਿਆ ਸੀ ਕਿ ਕਾਰਲ ਮੈਨਜ਼ ਉਹਨੂੰ ਉੱਥੇ ਉਹਨਾਂ ਨੇ ਅਰੈਸਟ ਕੀਤਾ ਸੀ ਮੰਗਲਵਾਰ ਨੂੰ ਤੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸੀ। ਜਿੱਦਾਂ ਇੱਥੇ ਟਰੱਕ ਟ੍ਰੇਲਰ ਤੇ ਟਰੈਕਟਰ ਚੋਰੀ ਕੀਤੇ ਆ, ਉੱਥੇ ਮਰਸਡ ਪੁਲਿਸ ਡਿਪਾਰਟਮੈਂਟ ਇਹ ਦੱਸ ਰਹੇ ਸੀਗੇ ਕਿ ਡੰਪ ਟਰੱਕ ਚੋਰੀ ਕਰ ਲਏ ਸੀ, ਫਲੈਟਬੈਡ ਟ੍ਰੇਲਰ ਜਿਹੜੇ ਆ, ਫਿਰ ਫੋਰਕ ਲਿਫਟ, ਮਤਲਬ ਜਿਹੜਾ ਕੰਸਟਰਕਸ਼ਨ ਦੇ ਵਿੱਚ ਜਾਂ ਸੜਕਾਂ ਪੱਟਣ ਦੇ ਵਿੱਚ ਸਮਾਨ ਕੰਮ ਆਉਂਦਾ, 에ਅਰ ਕੰਪਰੈਸਰ, ਇਹ ਸਾਰਾ ਕੁਛ ਉਹਨਾਂ ਨੇ ਉੱਥੋਂ ਲਗਭਗ ਜਿਹਦੀ ਕੀਮਤ $2 ਲੱਖ ਦੱਸੀ ਜਾ ਰਹੀ ਹੈ ਉਹ ਉੱਥੋਂ ਫੜਿਆ ਸੀ। ਮਰਸਡ ਦੇ ਵਿੱਚੋਂ ਇੱਕ ਜਿਹੜੀ ਇੱਕ ਕੰਪਨੀ ਆ ਉਹਦੇ ਕੋਲੋਂ ਉਹਨਾਂ ਨੇ ਇਹ ਸਾਰਾ ਕੁਛ, ਰਿਸਾਈਕਲਿੰਗ ਕੰਪਨੀ ਆ ਮਤਲਬ ਜਿੱਥੇ ਜਾ ਕੇ ਸਮਾਨ ਨੂੰ ਖ਼ਤਮ ਕਰ ਦਿੱਤਾ ਜਾਂਦਾ, ਉਹਦੇ ਕੋਲੋਂ ਫੜਿਆ ਸੀ। ਤੇ ਜਿਹੜੀ ਅੱਜ ਕੱਲ੍ਹ ਸਭ ਤੋਂ ਪੋਪੂਲਰ ਚੋਰੀ ਬਹੁਤ ਜ਼ਿਆਦਾ ਹੋ ਰਹੀ ਆ ਕਾਰਾਂ ਦੇ ਥੱਲਿਓਂ, ਉਹਨਾਂ ਦੇ ਵਿੱਚ ਜਿਹੜਾ ਕੈਟਾਲਿਟਿਕ ਕਨਵਰਟਰ ਆ ਜਿਹੜਾ ਕਿ ਬਹੁਤ ਮਹਿੰਗੀ ਮੈਟਲ ਹੁੰਦੀ ਆ, ਉਹ ਵੀ ਇਸ ਥਾਂ ਦੇ ਉੱਤੋਂ ਰਿਕਵਰ ਕੀਤੀਆਂ ਗਈਆਂ ਸੀ। ਕੈਨੇਡਾ ਅਮਰੀਕਾ ਦੇ ਵਿੱਚ ਇਹ ਵਾਰਦਾਤਾਂ ਵਿੱਚ ਵਾਧਾ, ਪਰ ਪੁਲਿਸ ਦੁਆਰਾ ਇਹਨਾਂ ਨੂੰ ਸਮੇਂ-ਸਮੇਂ ਦੇ ਉੱਤੇ ਫੜ ਲੈਣਾ ਕਾਫੀ ਅਖਬਾਰਾਂ ਦੀਆਂ ਖਬਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਰਿਹਾ। ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਵੈਨਕੂਵਰ ਦੇ ਵਿੱਚ ਜਿਹੜੇ ਅਨਨੋਨ ਜਾਂ ਕੋਈ ਇਸ ਤਰ੍ਹਾਂ ਦੇ ਲੋਕ ਨੇ ਔਰ ਉਹ ਸਟ੍ਰੇਂਜਰ ਅਟੈਕਸ ਜਿਹੜੇ ਆ ਉਹ ਕਾਫੀ ਵੱਧ ਗਏ ਆ। ਇਹਦੇ 'ਤੇ ਕਾਫੀ ਰੌਲਾ ਰੱਪਾ ਵੀ ਪਿਆ ਸੀ ਕਿ ਵੈਨਕੂਵਰ ਪੁਲਿਸ ਕਹਿ ਰਹੀ ਹੈ ਕਿ ਅੰਕੜੇ ਵੱਧ ਗਏ ਆ, ਪਰ ਇਹ ਨਹੀਂ ਦੱਸ ਰਹੀ ਕਿ ਅੰਕੜੇ ਕਿਹਦੇ ਮੁਕਾਬਲੇ ਵੱਧ ਗਏ, ਕਿ ਪਿਛਲੇ ਸਾਲ ਦੇ ਮੁਕਾਬਲੇ ਵੱਧ ਗਏ, ਉਹ ਤੋਂ ਪਿਛਲੇ ਸਾਲ ਦੇ ਮੁਕਾਬਲੇ ਵੱਧ ਗਏ, ਪਰ ਪੁਲਿਸ ਕਹਿ ਰਹੀ ਆ ਵੱਧ ਗਏ ਆ ਜਿਹੜੇ ਸਟ੍ਰੇਂਜਰ ਅਟੈਕਸ ਆ, ਕਿ ਕੋਈ ਬੰਦਾ ਕਿਸੇ ਨੂੰ ਜਾਣਦਾ ਨਹੀਂ, ਇਹ ਨਹੀਂ ਪਤਾ ਲੱਗਦਾ ਇਹਦੀ ਮਨਸ਼ਾ ਕੀ ਆ, ਉਹ ਅਟੈਕ ਕਰ ਦਿੰਦਾ। ਦੱਸਿਆ ਜਾ ਰਿਹਾ ਸੀ ਕਿ ਇਹ ਹੁਣ ਤੱਕ ਪਿਛਲੇ ਸਾਲ ਇੱਕ ਦਿਨ ਦੇ ਵਿੱਚ ਇਕੱਲੇ ਵੈਨਕੂਵਰ ਦੇ ਵਿੱਚ 4 ਅਟੈਕ ਜਿਹੜੇ 4 ਰੈਂਡਮ ਅਸੌਲਟਸ ਆ ਪਰ ਡੇ ਪਿਛਲੇ ਸਾਲ ਇਹ ਹੋਏ ਆ। ਪੁਲਿਸ ਡਿਪਾਰਟਮੈਂਟ ਨੇ ਇੱਕ ਟਵਿੱਟਰ ਦੇ ਉੱਤੇ ਥ੍ਰੈਡ ਪੋਸਟ ਕੀਤਾ ਸੀ ਜਿਹਦੇ ਵਿੱਚ ਕਿਹਾ ਸੀ ਕਿ ਜਿਹੜੀ ਇੱਕ ਬਹੁਤ ਜ਼ਿਆਦਾ ਜਿਹੜੀ ਕ੍ਰਾਈਮ ਸਟੈਟਿਸਟਿਕਸ ਦੱਸ ਰਹੇ ਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਕੁਝ ਗਰੁੱਪ ਕਹਿ ਰਹੇ ਸੀ ਕਿ ਇਹ ਚਰਚਾ ਉਸ ਵੇਲੇ ਆਈ ਹੈ ਜਦੋਂ ਬਜਟ ਜਿਹੜਾ ਰਾਖਵਾਂ ਰੱਖਿਆ ਜਾਣਾ, ਤੇ ਪੁਲਿਸ ਕਿਤੇ ਇਸ ਕਰਕੇ ਤਾਂ ਨਹੀਂ ਸ਼ਾਇਦ ਚਾਹੁੰਦੀ ਕਿ ਬਜਟ ਉਹਨਾਂ ਦੇ ਲਈ ਵੱਧ ਜਾਵੇ, ਕਿਉਂਕਿ ਦੱਸਿਆ ਨਹੀਂ ਸੀ ਜਾ ਰਿਹਾ ਕਿ ਇਹ ਜਿਹੜੇ ਕਿਹਨਾਂ ਦੇ ਨਾਲ ਮੁਕਾਬਲਾ ਕਰਕੇ ਕਿਹਾ ਜਾ ਰਿਹਾ। ਪਰ ਪੁਲਿਸ ਕਹਿ ਰਹੀ ਸੀ ਕਿ ਇੱਕ ਦਿਨ ਦੇ ਵਿੱਚ 4 ਇੱਦਾਂ ਦੀਆਂ ਘਟਨਾਵਾਂ ਵਾਪਰਨੀਆਂ ਆਪਣੇ ਆਪ ਦੇ ਵਿੱਚ ਵੀ ਬਹੁਤ ਵੱਡੀਆਂ, ਇਹਦਾ ਮੁਕਾਬਲਾ ਪਿਛਲੇ ਸਾਲ ਨਾਲ ਜਾਂ ਉਹ ਤੋਂ ਪਿਛਲੇ ਸਾਲ ਨਾਲ ਕੀਤਾ ਜਾਵੇ ਜਾਂ ਨਾ। ਉਸ ਖਬਰ ਦੇ ਸਿਲਸਿਲੇ ਦੇ ਵਿੱਚ ਹੀ ਇੱਕ ਖਬਰ ਅੱਜ ਹੋਰ ਆਈ ਆ ਕਿ ਇੱਕ ਔਰਤ ਦੇ ਉੱਤੇ ਸਟੈਬਿੰਗ ਕੀਤੀ ਗਈ ਹੈ ਸਟ੍ਰੇਂਜਰ ਵੱਲੋਂ ਨੀਡਲ ਦੇ ਨਾਲ, ਜਿਹੜੀ ਸੂਈ ਟੀਕਾ ਲਾਉਣ ਦੇ ਲਈ ਵਰਤੀ ਜਾਂਦੀ ਆ, ਉਹਦੇ ਨਾਲ ਉਹਦੇ ਉੱਤੇ ਹਮਲਾ ਕੀਤਾ ਗਿਆ। ਦੱਸਦੇ ਆ ਕਿ ਉਹਨੂੰ ਇਸ ਹਾਈਪੋਡਰਮਿਕ ਨੀਡਲ ਦੇ ਨਾਲ ਮਾਰਿਆ ਗਿਆ ਜਦੋਂ ਉਹ ਕਾਫੀ ਸ਼ਾਪ ਜਿਹੜਾ ਡਾਊਨਟਾਊਨ ਕੋਰ ਦੇ ਵਿੱਚ ਹੈਗਾ ਆ ਉਹਨੂੰ ਛੱਡ ਕੇ ਬਾਹਰ ਆ ਰਹੀ ਸੀ। ਉਹਦੀ ਸਟੈਬਿੰਗ ਹੋਈ ਹੈ ਜਦੋਂ ਉਹਨੇ ਕਾਫੀ ਸ਼ਾਪ ਛੱਡੀ ਆ ਮੇਨ ਤੇ ਈਸਟ ਪੈਂਡਰ ਸਟਰੀਟ ਦੇ ਨੇੜੇ ਬੁੱਧਵਾਰ ਬਾਅਦ ਦੁਪਹਿਰ ਨੂੰ, ਅਤੇ ਉਹਨਾਂ ਨੇ ਉਹ ਤੋਂ ਅਗਲੇ ਦਿਨ ਹੀ ਫਿਰ ਵੀਰਵਾਰ ਨੂੰ ਜਾਣੀ ਕਿ ਅੱਜ ਦੇ ਦਿਨ ਨਿਊਜ਼ ਰਿਲੀਜ਼ ਦੱਸੀ ਆ, ਉਹਦੇ ਵਿੱਚ ਦੱਸਿਆ ਉਹਨਾਂ ਨੇ ਕਿ ਔਰਤ ਲੱਗਦਾ ਕਿ ਉਹਨੂੰ ਕੋਈ ਫੋਲੋ ਕਰਦਾ ਸੀ ਅਤੇ ਇੱਥੇ ਆ ਕੇ ਉਹਨੇ ਸਟੈਬ ਕੀਤਾ ਇਹਨੂੰ ਡਰਟੀ ਨੀਡਲ ਦੇ ਨਾਲ, ਅਤੇ ਇਹਦਾ ਕਾਰਨ ਹਜੇ ਤੱਕ ਕੋਈ ਨਹੀਂ ਪਤਾ ਲੱਗਿਆ। ਉਹ ਕਹਿੰਦੇ ਇਹ ਰੈਂਡਮ ਅਨਪ੍ਰੋਵੋਕਡ ਅਸੌਲਟ ਆ ਜਿਹੜਾ, ਇਹਦੇ ਬਾਰੇ ਹੁਣ ਤੱਕ ਜਿਹੜੀ ਪਤਾ ਲੱਗਿਆ ਕਿ ਇਹਦੀ ਗਲਤੀ ਕੋਈ ਨਹੀਂ ਸੀ, ਪਰ ਫਿਰ ਵੀ ਇਹਦੇ ਉੱਤੇ ਕਿਸੇ ਨੇ ਆ ਕੇ ਅਚਾਨਕ ਹਮਲਾ ਕਰ ਦਿੱਤਾ। ਕਿਉਂ ਹਮਲਾ ਕੀਤਾ, ਸਿਰਿੰਜ ਦੀ ਨਾਲ ਕਿਉਂ ਹਮਲਾ ਕੀਤਾ ਗਿਆ, ਇਹਦਾ ਕੀ ਕਾਰਨ ਆ। ਉਹਦੇ ਤੋਂ ਬਾਅਦ ਜਦੋਂ ਉਹਦੇ 'ਤੇ ਹਮਲਾ ਹੋਇਆ ਉਹਨੇ ਪੁਲਿਸ ਨੂੰ ਫੋਨ ਕੀਤਾ, ਉਹਨੂੰ ਚੱਕ ਕੇ ਹੌਸਪੀਟਲ ਲੈ ਗਏ। ਆਫਿਸਰ ਜਿਹੜੇ ਸੀਗੇ ਉਹ ਕਾਫੀ ਅਲਰਟ ਸੀਗੇ, ਉਹਨਾਂ ਨੇ ਜਿਹੜਾ ਉਹਨੂੰ ਸਸਪੈਕਟ ਨੂੰ ਲੱਭ ਲਿਆ। ਦੱਸਿਆ ਜਾ ਰਿਹਾ ਕਿ ਇਹਦੀ ਉਮਰ, ਔਰਤ ਆ ਇੱਕ, ਇਹਦੀ ਉਮਰ 35 ਸਾਲ ਆ,
ਤੇ ਉਹਦੀ ਆਇਡੈਂਟੀਟੀ ਅਜੇ ਨਹੀਂ ਦੱਸੀ ਗਈ ਤੇ ਨਾ ਉਹਦੇ ਉੱਤੇ ਅਜੇ ਕੋਈ ਚਾਰजेस ਬਾਰੇ ਪਤਾ ਲੱਗਿਆ ਕਿ ਕਿਹੜੇ ਚਾਰजेस ਲੱਗੇ ਆ। ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਆ, ਬਾਅਦ ਦੇ ਵਿੱਚ ਉਹਨੂੰ ਸਸਪੈਕਟ ਨੂੰ ਜਿਹੜਾ ਕਥਿਤ ਦੋਸ਼ੀ ਔਰਤ ਆ ਉਹਨੂੰ ਰਿਲੀਜ਼ ਕਰ ਦਿੱਤਾ ਗਿਆ ਕਿ ਦੁਬਾਰਾ ਉਹ ਅਗਲੀ ਡੇਟ ਦੇ ਉੱਤੇ ਕੋਰਟ ਦੇ ਵਿੱਚ ਅਪੀਅਰ ਹੋ ਜਾਊਗੀ। ਸੋ ਇਹ ਕਿਉਂ ਕ੍ਰਾਈਮ ਹੋ ਰਹੇ ਆ, ਇਸ ਤਰ੍ਹਾਂ ਦੇ ਕ੍ਰਾਈਮ ਕਿਉਂ ਹੋ ਰਹੇ ਕਿ ਅਚਾਨਕ ਕੋਈ ਜਿਹੜਾ ਜਾਣਦਾ ਹੀ ਨਹੀਂ ਬੰਦਾ ਜਾਂ ਉਹਦੀ ਮਨਸ਼ਾ ਨਹੀਂ ਪਤਾ ਲੱਗ ਰਹੀ ਕੀ ਆ, ਨਾ ਉਹਦੀ ਕੋਈ ਉਹਨੇ ਕੁਛ ਕਿਹਾ ਆ ਜਾਂ ਉਹਨੇ ਕੋਈ ਚੋਰੀ ਜਾਂ ਰੋਬਰੀ ਦੇ ਮਨਸ਼ੇ ਦੇ ਨਾਲ ਅਟੈਕ ਕਰ ਰਹੇ। ਜਿਹੜੇ ਰੈਂਡਮ ਅਟੈਕ ਵੈਨਕੂਵਰ ਦੇ ਵਿੱਚ ਹੋ ਰਹੇ ਆ 4 ਇੱਕ ਦਿਨ ਦੇ ਵਿੱਚ, ਇਹ ਅੰਕੜਾ ਥੋੜ੍ਹਾ ਨਹੀਂ ਹੁੰਦਾ। ਇਹਦੇ ਬਾਰੇ ਇਸ ਔਰਤ ਉੱਪਰ ਹੋਏ ਹਮਲੇ ਨਾਲ ਚਰਚਾ ਜਿਹੜੀ ਆ ਉਹ ਹੋਰ ਜ਼ਿਆਦਾ ਇਸ ਵੇਲੇ ਹੋ ਰਹੀ ਆ। ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਤੇ ਓਨਟਾਰੀਓ, ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅੱਗੇ ਵੈਨਕੂਵਰ ਤੇ ਓਨਟਾਰੀਓ ਦੇ ਵਿੱਚ ਅੱਗੇ GTA ਟੋਰਾਂਟੋ ਏਰੀਆ, ਇਹਨਾਂ ਥਾਵਾਂ ਦੇ ਉੱਤੇ ਘਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਵੱਧ ਗਈਆਂ। ਘਰਾਂ ਦੀਆਂ ਕੀਮਤਾਂ ਕੀ ਓਵਰਆਲ ਜਿਹੜੀ ਪ੍ਰੋਪਰਟੀ ਹੈ ਇੱਥੇ ਕਾਫੀ ਮਹਿੰਗੀ ਹੋਈ ਹੈ। ਇਹਦੇ ਬਾਰੇ ਸਮੇਂ ਦੇ ਉੱਤੇ ਚਰਚਾ ਚੱਲਦੀ ਰਹੀ ਹੈ। ਬਹੁਤ ਸਾਰੇ ਘਰ ਜਿਹੜੇ ਸਿੰਗਲ ਫੈਮਿਲੀ ਹੋਮ ਸੀਗੇ ਉਹਨਾਂ ਨੂੰ ਰਲਾ ਕੇ ਉੱਥੇ ਕੋਂਡੋ ਅਪਾਰਟਮੈਂਟ ਜਿਹੜੇ ਬਣਦੇ ਰਹੇ ਆ, ਤੇ ਕਈ ਪੁਰਾਣੇ ਲੋਕ ਜਿਹੜੇ ਮਹਿੰਗੇ ਏਰੀਏ ਦੇ ਵਿੱਚ ਬੈਠੇ ਆ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਮਹਿੰਗੇ ਮੁੱਲ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਵਿਕਦੀਆਂ ਰਹੀਆਂ। ਤੇ ਇਸ ਵੇਲੇ ਇੱਕ ਪ੍ਰਾਪਰਟੀ ਸਿਟੀ ਸੈਂਟਰ ਮੋਟਰ ਹੋਟਲ ਵੈਨਕੂਵਰ ਦੇ ਵਿੱਚ ਆ, ਜਿਹੜੀ ਈਸਟ 5th ਤੇ 6th ਦੇ ਉੱਤੇ 2111 ਮੇਨ ਸਟਰੀਟ ਦੇ ਉੱਤੇ ਇੱਕ 2 ਸਟੋਰੀ 76 ਕਮਰਿਆਂ ਵਾਲੀ ਬਿਲਡਿੰਗ ਆ। ਵੈਨਕੂਵਰ ਦਾ ਸਭ ਤੋਂ ਪੁਰਾਣਾ ਲੈਂਡਮਾਰਕ ਆ। ਜਿਹੜੇ ਲੋਕ ਉੱਥੇ ਜਾਂਦੇ ਆ ਉਹ ਚੰਗੀ ਤਰ੍ਹਾਂ ਇਸ ਮੇਨ ਸਟਰੀਟ ਦੇ ਉੱਤੇ ਇਸ ਮੋਟਲ ਬਾਰੇ ਜਾਣਦੇ ਆ ਕਿ ਮੋਟਰ ਹੋਟਲ ਬਾਰੇ, ਇਹਦੇ ਸੈਂਟਰ ਮੋਟਰ ਹੋਟਲ ਬਾਰੇ ਚੰਗੀ ਤਰ੍ਹਾਂ ਜਾਣਦੇ ਆ, ਕਿਉਂਕਿ ਬਹੁਤ ਪੁਰਾਣੀ ਇੱਕ ਇਹ ਥਾਂ ਆ। ਬਹੁਤ ਸਸਤਾ ਜਿਹਾ ਇਹਦਾ ਰੇਟ ਆ। ਕਿਸੇ ਨੇ ਰਾਤ ਰਹਿਣਾ ਹੋਵੇ $100 ਇਹ ਚਾਰਜ ਕਰਦੇ, ਪਰ ਜਿਸ ਥਾਂ ਦੇ ਉੱਤੇ ਇਹ ਹੋਟਲ ਆ ਇਹ ਥਾਂ ਬਹੁਤ ਮਹਿੰਗੀ ਆ। ਜਿਹੜੀ ਅੱਜ ਦੇ ਮਾਡਰਨ ਸਿਟੀ ਦੇ ਵਿੱਚ ਮਤਲਬ ਚੀਪ ਮੋਟਲ ਪਰ ਕਿਹਾ ਜਾ ਰਿਹਾ ਕਿ ਬਹੁਤ ਹੀ ਐਕਸਪੈਂਸਿਵ ਪੀਸ ਆਫ ਪ੍ਰੋਪਰਟੀ ਦੇ ਉੱਤੇ ਇਹ ਬਣਿਆ ਹੈ। ਹੁਣ ਦੱਸਦੇ ਆ ਕਿ ਇਹ ਹੌਲੀ ਹੌਲੀ ਬਦਲ ਰਿਹਾ ਆ। ਉਹਨਾਂ ਨੇ ਕਨਫਰਮ ਕੀਤਾ ਹੈ ਕਿ ਉਹ ਇਸ ਵੈਨਕੂਵਰ ਦੇ ਸਭ ਤੋਂ ਪੁਰਾਣੇ ਮੋਟਲ ਨੂੰ ਵੇਚ ਰਹੇ ਆ ਤੇ ਨਵੰਬਰ ਦੇ ਵਿੱਚ ਇਹਨੇ ਬੰਦ ਹੋ ਜਾਣਾ। ਇਹਦੇ ਨਾਲ ਜਿੱਥੇ ਬਹੁਤ ਸਾਰੇ ਲੋਕਾਂ ਦੀ ਅਟੈਚਮੈਂਟ ਹੁੰਦੀ ਹੈ, ਉਹ ਪੁਰਾਣੇ ਲੈਂਡਮਾਰਕਸ ਨੂੰ ਦੇਖਣਾ ਚਾਹੁੰਦੇ ਆ, ਉਹਨਾਂ ਦੇ ਵਿੱਚ ਅਫਸੋਸ ਵੀ ਹੈ। ਤੇ ਦੂਜੇ ਪਾਸੇ ਇਹ ਵੀ ਆ ਕਿ ਆਉਣ ਵਾਲੇ ਸਮੇਂ ਦਾ ਵਰਤਾਰਾ ਆ। ਜਿਹੜੀਆਂ ਮਹਿੰਗੀਆਂ ਥਾਵਾਂ ਨੇ, ਮਹਿੰਗੀਆਂ ਪ੍ਰੋਪਰਟੀਜ਼ ਨੇ, ਚਾਹੇ ਉਹ ਟੋਰਾਂਟੋ ਵਾਲੇ ਏਰੀਆ 'ਚ ਆ ਤੇ ਚਾਹੇ ਵੈਨਕੂਵਰ ਵਾਲੇ ਏਰੀਏ ਦੇ ਵਿੱਚ ਆ, ਇਹ ਵਿਕ ਜਾਣੀਆਂ। ਜਿਹੜੇ ਹਜੇ ਤੱਕ ਉਹ ਕਹਿੰਦੇ ਸਾਨੂੰ ਮੋਟਲ ਵਾਲਿਆਂ ਨੇ ਤਾਂ ਨਹੀਂ ਦੱਸਿਆ ਵੀ ਇਹ ਕਿੰਨੇ ਦਾ ਜਾਂ ਕੀ ਕੁਛ ਹੋਇਆ, ਪਰ ਜਿਹੜੇ ਰੀਅਲ ਐਸਟੇਟ ਵਾਲੇ ਆ ਸੋਰਸਿਸ ਆ ਉਹ ਦੱਸ ਰਹੇ ਆ ਕਿ ਇਹਨੂੰ ਨਿਕਲਾ ਵੈਲਥ ਨਾਂ ਦੀ ਇੱਕ ਫਰਮ ਨੂੰ ਵੇਚ ਦਿੱਤਾ ਗਿਆ ਹੈ, ਜਿਹੜੀ ਇੱਕ ਰੀਅਲ ਐਸਟੇਟ ਤੇ ਐਸੈਟ ਮੈਨੇਜਮੈਂਟ ਕੰਪਨੀ ਆ। 180 ਪ੍ਰੋਪਰਟੀਜ਼ ਓਨ ਕਰਦੀ ਆ ਨਾਰਥ ਅਮਰੀਕਾ ਦੇ ਵਿੱਚ, 40 ਉਹਦੀਆਂ ਲੋਅਰ ਮੇਨਲੈਂਡ ਦੇ ਵਿੱਚ ਆ। ਇਹ ਵੈਨਕੂਵਰ ਦਾ ਸਭ ਤੋਂ ਪੁਰਾਣਾ ਹੋਟਲ ਇਸ ਕੰਪਨੀ ਨੂੰ ਵੇਚ ਦਿੱਤਾ ਗਿਆ ਹੈ। ਹਜੇ ਤੱਕ ਇਹ ਨਹੀਂ ਪਤਾ ਲੱਗਿਆ, ਕਨਫਰਮ ਨਹੀਂ ਹੋਇਆ ਕਿੰਨੇ ਦਾ, ਪਰ ਦੱਸ ਰਿਹਾ ਕਿ ਡੀਲ 60 ਮਿਲੀਅਨ ਦੇ ਨੇੜੇ ਤੇੜੇ ਮੁੱਕੀ ਆ। 60 ਮਿਲੀਅਨ ਦੇ ਵਿੱਚ ਇਹ ਹੋਟਲ ਜਿਹੜਾ ਵੇਚ ਦਿੱਤਾ ਗਿਆ ਹੈ। ਨਿਕੋਲਾ ਵੈਲਥ ਜਿਹੜੀ ਉਹ ਦੱਸ ਰਹੀ ਆ ਕਿ ਜਿਹੜੀ ਕਨਫਰਮ ਨਹੀਂ ਉਹਨਾਂ ਨੇ ਕੀਤੀ ਹੈ ਪਰਚੇਜ਼, ਜਿਹੜੀ 211 ਮੇਨ ਦੇ ਉੱਤੇ ਹੈਗੀ ਆ, ਪਰ ਦੱਸਿਆ ਜਾ ਰਿਹਾ ਕਿ ਸਿਟੀ ਸੈਂਟਰ ਦੇ ਉੱਤੇ ਕਈ ਦਹਾਕਿਆਂ ਤੋਂ ਇਹ ਕੈਪੀਟਲ ਕੈਨੇਡਾ ਟਰੇਡਿੰਗ ਕੰਪਨੀ ਨੇ 1954 ਦੇ ਵਿੱਚ ਇਹ ਮੋਟਲ ਬਣਾਇਆ ਸੀ। ਫਿਰ ਉਸ ਵੇਲੇ ਕਹਿੰਦੇ ਇਹਨੂੰ 2.8 ਮਿਲੀਅਨ ਦੇ ਵਿੱਚ ਜਿਹੜਾ ਪਰਚੇਜ਼ ਕੀਤਾ ਗਿਆ ਸੀ 1989 ਦੇ ਵਿੱਚ। ਤੇ ਮੋਟਲ ਰੇਟਸ ਜਿੱਦਾਂ ਪਹਿਲਾਂ ਦੱਸਿਆ ਹਜੇ ਵੀ ਉਸੇ ਤਰ੍ਹਾਂ ਹੀ ਘੱਟ ਆ, $100 ਪਰ ਨਾਈਟ। ਤੇ ਕਈ ਜਿਹੜੀਆਂ ਬੁਕਿੰਗ ਸਾਈਟਸ ਆ ਉਹਦੇ ਉੱਤੇ ਦੱਸ ਰਿਹਾ। ਤੇ ਸਿਟੀ ਸੈਂਟਰ ਜਿਹੜਾ ਇਸ ਵੇਲੇ ਇਹਨੂੰ ਜਿਹੜੀ ਕਿਸੇ ਨਾ ਕਿਸੇ ਤਰ੍ਹਾਂ ਹੋਰ ਕੰਮਾਂ ਦੇ ਲਈ ਹੁਣ ਜਦੋਂ ਵੇਚੀ ਗਈ ਆ ਤਾਂ ਉਹਦੇ ਲਈ ਵਰਤਿਆ ਜਾਊਗਾ। ਕਾਫੀ ਦੱਸਦੇ ਆ ਕਿ ਇਹਦੀ ਕੀਮਤ ਆ ਇਸ ਪ੍ਰੋਪਰਟੀ ਦੀ, ਜਦੋਂ ਅਸੀਂ ਦੇਖਦੇ ਹਾਂ ਜਿਹੜੀ ਪ੍ਰੋਪਰਟੀ ਦਾ ਅਸੈਸਮੈਂਟ ਸੀਗੀ ਜਿਹੜੀ ਉਹ ਦੱਸਦੇ 2021 ਦੇ ਵਿੱਚ 36 ਮਿਲੀਅਨ ਦੇ ਨੇੜੇ ਤੇੜੇ ਦੱਸੀ ਜਾਂਦੀ ਸੀ, ਜਿਹੜੀ ਕਿ 2019 ਦੇ ਨਾਲੋਂ 25% ਡਾਊਨ ਸੀ। ਉਸ ਵੇਲੇ ਇਹਦੀ BC ਜਿਹੜੀ ਅਸੈਸਮੈਂਟ ਸੀਗੀ ਉਹਦੇ ਵਿੱਚ ਕੀਮਤ ਇਹਦੀ $49 ਮਿਲੀਅਨ ਦੱਸੀ ਜਾਂਦੀ ਸੀ। ਤੇ ਹੁਣ ਇਹ ਦੱਸਿਆ ਜਾ ਰਿਹਾ ਕਿ 60 ਮਿਲੀਅਨ ਦੇ ਨੇੜੇ ਵੈਨਕੂਵਰ ਦਾ ਪੁਰਾਣਾ ਹੋਟਲ, ਵੈਨਕੂਵਰ ਦਾ ਇੱਕ ਪੁਰਾਣਾ ਲੈਂਡਮਾਰਕ ਵਿਕ ਗਿਆ। ਤੇ ਕੁਦਰਤੀ ਤੌਰ 'ਤੇ ਇੱਥੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਪਾਰਟਮੈਂਟ ਜਾਂ ਕੋਈ ਹੋਰ ਰਹਾਇਸ਼ੀ ਕੰਪਲੈਕਸ ਬਣੇਗਾ। ਕੋਵਿਡ-19 ਬਾਰੇ ਜਦੋਂ ਵੈਕਸੀਨ ਆਈ ਹੈ ਤਾਂ ਵੈਕਸੀਨ ਦਾ ਵਿਰੋਧ ਵੀ ਨਾਲ ਹੀ ਆਉਣਾ ਸ਼ੁਰੂ ਹੋ ਗਿਆ। ਜਦੋਂ ਦੀ ਵੈਕਸੀਨ ਆਈ ਆ
ਉਸ ਵੇਲੇ ਦੀ ਅਸੀਂ ਲਗਭਗ ਰੋਜ਼ਾਨਾ ਹੀ ਕੋਈ ਨਾ ਕੋਈ ਇਸ ਤਰ੍ਹਾਂ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਜਿਹਦੇ ਵਿੱਚ ਵੈਕਸੀਨ ਦਾ ਵਿਰੋਧ ਹੁੰਦਾ ਕਿ ਵੈਕਸੀਨ ਨਹੀਂ ਲਵਾਉਣੀ ਚਾਹੀਦੀ। ਹੁਣ ਜਿਹੜੇ ਲੋਕ ਵੈਕਸੀਨ ਦਾ ਵਿਰੋਧ ਕਰਦੇ ਆ ਉਹਨਾਂ ਦੇ ਕੋਲ ਇੱਕ ਬਹੁਤ ਸਟਰੋਂਗ ਰੀਜ਼ਨ ਇਹ ਆ, ਉਹ ਲੌਜਿਕ ਕੀ ਦਿੰਦੇ ਆ ਕਿ ਵੈਕਸੀਨ ਲਵਾਉਣ ਤੋਂ ਬਾਅਦ ਵੀ ਕੋਵਿਡ ਹੋ ਸਕਦਾ, ਇਸ ਗੱਲ ਦੀ ਗਰੰਟੀ ਕੋਈ ਨਹੀਂ ਕਿ ਤੁਸੀਂ ਵੈਕਸੀਨ ਲਵਾ ਲਈ ਅਤੇ ਤੁਹਾਨੂੰ ਕੋਵਿਡ ਨਹੀਂ ਹੋਣਾ। ਅਮਰੀਕਾ ਦੇ ਵਿੱਚ ਲੱਗਦਾ ਕਿ ਉਹਨਾਂ ਦੀ ਗੱਲ ਨੂੰ ਵਜ਼ਨ ਮਿਲ ਰਿਹਾ, ਹਾਲਾਂਕਿ ਬੜੀ ਇੱਕ ਇਹ ਗਲਤ ਇਨਫੋਰਮੇਸ਼ਨ ਆ, ਮਤਲਬ ਇਹ ਮਿਸਕਨਸੈਪਸ਼ਨ ਆ, ਇਸ ਚੀਜ਼ ਨੂੰ ਗਲਤ ਤਰੀਕੇ ਨਾਲ ਕਨਸੀਵ ਕਰਨਾ ਜਿਹੜੀ ਇਨਫੋਰਮੇਸ਼ਨ ਦਿੱਤੀ ਜਾਂਦੀ ਆ, ਕਿਉਂਕਿ ਕਲੀਅਰ ਕੱਟ ਪਤਾ ਹੈ ਕਿ ਵੈਕਸੀਨ ਲਵਾਉਣ ਦੇ ਨਾਲ ਬਚਾਅ ਹੁੰਦਾ ਹੈ। ਵੈਕਸੀਨ ਲਵਾਉਣ ਵਾਲੇ ਲੋਕ ਬਹੁਤ ਘੱਟ ਹਸਪੀਟਲ ਜਾਂਦੇ ਆ ਜਾਂ ICU ਦੇ ਵਿੱਚ ਜਾਂਦੇ ਆ। ਜੇ ਉਹਨਾਂ ਨੂੰ ਕੋਵਿਡ ਦੁਬਾਰਾ ਹੋ ਵੀ ਜਾਵੇ ਤਾਂ ਵੈਸੇ ਤਾਂ ਚਾਂਸਸ ਵੀ ਬਹੁਤ ਘੱਟ ਆ। ਪਰ ਇਸ ਵੇਲੇ ਅੰਕੜੇ ਕੁਛ ਹੋਰ ਦੱਸ ਰਿਹਾ, ਡਾਟਾ ਕਈ ਸਟੇਟਸ ਦਾ ਫੈਡਰਲ ਸਰਕਾਰ ਨੂੰ ਦੱਸ ਰਿਹਾ ਹੈ ਕਿ ਅਮਰੀਕਾ ਦੇ ਵਿੱਚ ਜਿਹੜੇ ਫੁੱਲੀ ਵੈਕਸੀਨੇਟਡ ਲੋਕ ਨੇ ਉਹਨਾਂ ਨੂੰ ਕੋਵਿਡ ਮਤਲਬ ਪਹਿਲਾਂ ਨਾਲੋਂ ਕੋਵਿਡ ਜ਼ਿਆਦਾ ਹੋ ਰਿਹਾ ਅਤੇ ਉਹਨਾਂ ਦੀ ਮੌਤਾਂ ਦੀ ਗਿਣਤੀ ਇੱਕਦਮ ਵਧੀ ਆ ਪੂਰੀ ਅਮਰੀਕਾ ਦੇ ਵਿੱਚ। ਐਕਸਪਰਟਸ ਦੱਸ ਰਹੇ ਆ ਕਿ ਇਹ ਅਨਐਕਸਪੈਕਟਡ ਨਹੀਂ ਹੈ, ਕਿਉਂਕਿ ਬਹੁਤੀ ਪਾਪੂਲੇਸ਼ਨ ਇਸ ਵੇਲੇ ਇਮਿਊਨਾਈਜੇਸ਼ਨ ਕਰਾ ਰਹੀ ਆ। ਪਰ ਦੱਸਿਆ ਜਾ ਰਿਹਾ ਕਿ ਅਕਤੂਬਰ 11 ਤੋਂ ਲੈ ਕੇ ਅਕਤੂਬਰ 18 ਤੱਕ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਜਿਹੜਾ ਕਿਊਮੂਲੇਟਿਵ ਕਾਊਂਟ ਇਹਨਾਂ ਡੈਥਸ ਦਾ ਦੱਸ ਰਿਹਾ ਹੈ ਕਿ ਉਹਦੇ ਵਿੱਚ 51% ਵਾਧਾ ਹੋਇਆ। ਫੁੱਲੀ ਵੈਕਸੀਨੇਟਡ ਲੋਕਾਂ ਦੀ ਕਰੋਨਾ ਕਾਰਨ ਹੋਣ ਵਾਲੀ ਮੌਤ ਵਿੱਚ 7178 ਤੋਂ ਦੱਸ ਰਹੇ ਆ ਕਿ ਇਹ 10,857 ਮੌਤਾਂ ਤੱਕ ਪਹੁੰਚ ਗਿਆ। ਬਹੁਤ ਸਾਰੇ ਜਿਹੜੇ ਕੰਜ਼ਰਵੇਟਿਵ ਆ ਜਾਂ ਇਸ ਵੈਕਸੀਨ ਦੇ ਬਾਰੇ ਹੈਗੇ ਆ ਵਿਰੋਧ ਕਰਨ ਵਾਲੇ ਜਾਂ ਦੂਜੀ ਤੀਜੀ, ਉਹ ਇਹਨੂੰ ਵਰਤ ਰਹੇ ਆ ਇਸ ਚੀਜ਼ ਨੂੰ ਕਿ ਮੈਂਡੇਟਰੀ ਇਮਿਊਨਾਈਜੇਸ਼ਨ ਨਹੀਂ ਹੋਣੀ ਚਾਹੀਦੀ। ਉਹ ਲੋਕ ਕਹਿ ਰਹੇ ਆ ਕਿ 40% ਹੁਣ ਤੱਕ ਜਿਹੜੀਆਂ ਡੈਥਸ ਪਿਛਲੇ ਲਾਸਟ ਵੀਕ ਹੋਈਆਂ, 40% ਆਫ ਆਲ ਕੋਵਿਡ ਡੈਥਸ ਉਹ ਜਿਹੜੀਆਂ ਵੈਕਸੀਨੇਟਡ ਲੋਕਾਂ ਦੀਆਂ ਹੋਈਆਂ, ਕਿ ਅੱਧ ਤੋਂ ਥੋੜ੍ਹਾ ਜਿਹਾ ਘੱਟ ਉਹ ਲੋਕਾਂ ਦੀ ਮੌਤ ਹੋ ਰਹੀ ਹੈ ਜਿਨ੍ਹਾਂ ਨੇ ਦੋਵੇਂ ਵੈਕਸੀਨ ਲਵਾਈਆਂ ਸੀ। ਅਤੇ ਫਿਰ ਉਹ ਕਹਿੰਦੇ ਇਹਨੂੰ ਬੰਦ ਕਰ ਦਿਓ ਵੈਕਸੀਨ ਮੈਂਡੇਟ ਨੂੰ, ਅਤੇ ਜਿਹੜੀ ਫੋਰਸਡ ਮਾਸਕਿੰਗ ਆ, ਜ਼ਬਰਦਸਤੀ ਮਾਸਕ ਪਾ ਕੇ ਰੱਖੋ, ਕਹਿੰਦੇ ਫਾਇਦਾ ਹੀ ਕੋਈ ਨਹੀਂ। ਰਿਪਰੈਜ਼ੈਂਟੇਟਿਵ ਜਿਹੜੇ ਕੁਛ ਹੈਗੇ ਆ ਉੱਥੇ ਦੇ, ਉਹਨਾਂ ਨੇ ਇਹ ਗੱਲਾਂ ਬਾਤਾਂ ਦੱਸੀਆਂ। ਹਾਲਾਂਕਿ ਇਹਨੂੰ ਟਵਿੱਟਰ ਦੇ ਉੱਤੇ ਜਦੋਂ ਉਹਨਾਂ ਨੇ ਆਪਣੀ ਇਹ ਗੱਲਬਾਤ ਪਾਈ ਹੈ ਕਿ ਵੀ ਜਦੋਂ 40% ਲੋਕ ਵੈਕਸੀਨ 2 ਲਵਾਉਣ ਤੋਂ ਬਾਅਦ ਵੀ ਮਰ ਗਏ ਤਾਂ ਫਿਰ ਫਾਇਦਾ ਕੀ ਹੈ ਲਵਾਉਣ ਦਾ, ਟਵਿੱਟਰ ਨੇ ਇਹਨੂੰ ਫਲੈਗ ਕੀਤਾ ਹੈ ਕਿ ਇਹ ਮਿਸਲੀਡਿੰਗ ਇਨਫੋਰਮੇਸ਼ਨ ਆ। ਪਰ ਫਿਰ ਵੀ ਇਹ ਇੱਕ ਗੱਲ ਚਿੰਤਾ ਵਾਲੀ ਆ ਕਿ ਵੈਕਸੀਨ ਲੱਗੇ ਲੋਕਾਂ ਦੇ ਵਿੱਚ ਕੀ ਹੌਲੀ ਹੌਲੀ ਇਮਿਊਨਿਟੀ ਘਟ ਰਹੀ ਆ, ਕੀ ਸਮਾਂ ਜ਼ਿਆਦਾ ਹੋ ਰਿਹਾ, ਕੀ ਚਾਂਸਸ ਜ਼ਿਆਦਾ ਹੋ ਰਿਹਾ, ਉਹਨਾਂ ਦੀਆਂ ਮੌਤਾਂ ਦੇ ਵਿੱਚ ਵਾਧਾ ਕਿਉਂ ਹੋ ਰਿਹਾ। ਸੋ CDC ਜਿਹੜੀ ਆ ਸਟ੍ਰੈਸ ਕਰ ਰਹੀ ਹੈ ਕਿ ਜਿੰਨੀ ਜਲਦੀ ਹੋ ਸਕਦਾ ਵੈਕਸੀਨ ਲਵਾ ਲਓ, ਔਰ ਵੈਕਸੀਨ ਦੇ ਨਾਲ ਮੌਤਾਂ ਘੱਟ ਹੁੰਦੀਆਂ ਆ। ਪਰ ਪਿਛਲੇ ਕੁਛ ਵੀਕਸ ਦੇ ਵਿੱਚ ਜਿਹੜੀ ਇਹ ਸਾਰਾ ਰਿਪੋਰਟਸ ਆਈਆਂ ਇਹ ਕੁਛ ਚਿੰਤਾਜਨਕ ਨੇ ਕਿ ਇਹਨਾਂ ਦੇ ਵਿੱਚ ਕਿਉਂ ਇਹਨਾਂ ਲੋਕਾਂ ਦੀ ਮੌਤ ਜ਼ਿਆਦਾ ਹੋ ਰਹੀ ਆ। ਜਦੋਂ ਆਪਾਂ ਪਹਿਲੀਆਂ ਖਬਰਾਂ ਦੇ ਵਿੱਚ ਜ਼ਿਕਰ ਕੀਤਾ ਕਿ ਵੈਨਕੂਵਰ ਅਤੇ ਟੋਰਾਂਟੋ ਦੀ ਘਰਾਂ ਦੀ ਮਾਰਕੀਟ ਬਹੁਤ ਜ਼ਿਆਦਾ ਤੇਜ਼ੀ ਨਾਲ ਵੱਧ ਰਹੀ ਹੈ, ਇਹਦੀਆਂ ਕੀਮਤਾਂ ਬਹੁਤ ਤੇਜ਼ੀ ਨਾਲ ਪਿਛਲੇ ਕੁਝ ਸਾਲਾਂ ਦੇ ਵਿੱਚ ਵਧੀਆਂ। ਇਹਦੇ ਬਾਰੇ ਕਈ ਹੈਰਾਨੀਜਨਕ ਅੰਕੜੇ ਵੀ ਸਾਡੇ ਸਾਹਮਣੇ ਆਉਂਦੇ ਆ। ਵੈਨਕੂਵਰ ਬਾਰੇ ਇੱਕ ਬੜਾ ਇੰਟਰਸਟਿੰਗ ਅਤੇ ਜਿਹੜਾ ਦਿਲਚਸਪ ਗੱਲਬਾਤ ਸਾਹਮਣੇ ਆਈ ਆ ਕਿ ਜਿਹੜੇ ਹੋਮ ਬਾਇਰ ਨੇ ਉਹ ਆਪਣੇ ਪੇਰੈਂਟਸ ਦੇ ਉੱਤੇ, ਬਹੁਤੇ ਹੋਮ ਬਾਇਰ ਜਿਹੜੇ ਘਰ ਖਰੀਦ ਰਹੇ ਆ, ਖਾਸ ਕਰ ਜਿਹੜੇ ਪਹਿਲੀ ਵਾਰ ਘਰ ਖਰੀਦ ਰਹੇ ਆ, ਉਹ ਆਪਣੀ ਡਾਊਨ ਪੇਮੈਂਟ ਦੇ ਲਈ ਬਹੁਤੀ ਵਾਰੀ ਆਪਣੇ ਪੇਰੈਂਟਸ ਦੇ ਉੱਤੇ ਡਿਪੈਂਡ ਕਰਦੇ ਆ। ਉਹਨਾਂ ਦੇ ਮਾਂ-ਬਾਪ ਉਹਨਾਂ ਨੂੰ ਡਾਊਨ ਪੇਮੈਂਟ ਦੇਣ ਦੇ ਵਿੱਚ ਮਦਦ ਕਰਦੇ ਆ ਤਾਂ ਕਿਤੇ ਜਾ ਕੇ ਉਹ ਘਰ ਖਰੀਦਦੇ ਆ। ਇੱਕ ਰਿਪੋਰਟ ਆਈ ਹੈ CIBC ਕੈਪੀਟਲ ਮਾਰਕੀਟ ਦੀ, ਜਿਹਦੇ ਵਿੱਚ ਉਹਨਾਂ ਨੇ 2021 ਦੇ ਪਹਿਲੇ 9 ਮਹੀਨਿਆਂ ਦੀ ਗੱਲਬਾਤ ਸਾਹਮਣੇ ਲਿਆਂਦੀ ਆ। ਉਹ ਕਹਿੰਦੇ ਜਿਹੜੇ ਪਹਿਲੀ ਵਾਰ ਘਰ ਖਰੀਦਦੇ ਆ, ਫਸਟ ਟਾਈਮ ਹੋਮ ਬਾਇਰ ਆ ਵੈਨਕੂਵਰ ਦੇ ਵਿੱਚ, ਉਹਨਾਂ ਨੇ ਐਵਰੇਜ ਜਿਹੜਾ 1,80,000 ਤੱਕ ਦਾ, ਜਿਹੜਾ 1,80,000 ਦਾ ਗਿਫਟ ਆਪਣੇ ਮਾਪਿਆਂ ਤੋਂ ਲਿਆ ਡਾਊਨ ਪੇਮੈਂਟ ਦੇਣ ਦੇ ਲਈ। ਇਹ ਫਿਗਰ ਕਹਿੰਦੇ ਹੌਲੀ ਹੌਲੀ ਵਧੀ ਗਈ ਆ ਜਿਹੜੇ ਵੱਡੇ ਘਰਾਂ ਦੇ ਵਿੱਚ, ਅਤੇ ਕਈ ਥਾਵਾਂ ਦੇ ਉੱਤੇ ਉਹਨਾਂ ਨੇ 3,40,000 ਤੱਕ ਮਦਦ ਕੀਤੀ ਆ ਮਾਪਿਆਂ ਨੇ ਬੱਚਿਆਂ ਦੀ। ਇਹ ਪਤਾ ਕਿੱਥੋਂ ਲੱਗਦਾ ਕਿ ਡਾਊਨ ਪੇਮੈਂਟ ਦੇ ਵਿੱਚ ਜਿੱਥੋਂ ਡਾਊਨ ਪੇਮੈਂਟ ਆਉਂਦੀ ਉਹਦਾ ਸੋਰਸ ਦੱਸਣਾ ਪੈਂਦਾ ਵੀ ਆਹ ਮੈਂ ਇੱਥੋਂ ਸੇਵਿੰਗ ਕੀਤੀ ਸੀ, ਜੇ ਸੇਵਿੰਗ ਕੀਤੀ ਸੀ ਤਾਂ ਆਹ ਮੇਰੀ ਤਨਖਾਹ ਆ, ਮੇਰੀ ਪੇ ਚੈੱਕ ਆਉਂਦੀ ਆ ਅਤੇ ਇਹ ਮੇਰੀ ਪੇ ਦੇ ਵਿੱਚੋਂ ਸੇਵਿੰਗ ਆ, ਅਤੇ ਜੇ ਹੋਰ ਕਿਤੇੋਂ ਆਈ ਆ ਤਾਂ ਉਹਦਾ ਵੀ ਦੱਸਣਾ ਪੈਂਦਾ। ਅਤੇ ਉਹ ਜਿਹੜੀ ਫਿਰ ਬਹੁਤੀ ਕਹਿੰਦੇ ਮਾਪਿਆਂ ਨੇ ਆਪਣੇ ਬੱਚਿਆਂ ਦੀ ਮਦਦ ਕੀਤੀ ਆ ਡਾਊਨ ਪੇਮੈਂਟ ਦੇ ਵਿੱਚ $3,40,000 ਤੱਕ।
ਪਿਛਲੇ 6 ਸਾਲਾਂ ਦੇ ਵਿੱਚ ਕਹਿੰਦੇ ਜਿਹੜਾ ਗਿਫਟਿੰਗ ਆ ਇਹਦਾ ਹੀ ਸਾਈਜ਼ ਲਗਾਤਾਰ ਵਧਿਆ ਆ। 1.5 ਲੱਖ ਸੀਗਾ 2015 ਦੇ ਵਿੱਚ, ਤੇ ਫਿਰ 2,70,000 2021 ਦੇ ਵਿੱਚ ਹੋ ਗਿਆ ਫਸਟ ਟਾਈਮ ਹੋਮ ਬਾਇਰ ਦੇ ਵਿੱਚ। ਮਤਲਬ ਜਿੱਦਾਂ ਜਿੱਦਾਂ ਘਰਾਂ ਦੀਆਂ ਕੀਮਤਾਂ ਵਧੀ ਗਈਆਂ, ਉਸੇ ਤਰ੍ਹਾਂ ਘਰ ਦੇ ਆਪਣੇ ਬੱਚਿਆਂ ਦੀ ਮਦਦ ਕਰਨ ਦੇ ਲਈ ਅੱਗੇ ਆਉਂਦੇ ਰਹੇ ਡਾਊਨ ਪੇਮੈਂਟ ਦੇ ਵਿੱਚ। ਕਿਸੇ ਵੀ ਘਰ ਦੀ ਪੇਮੈਂਟ ਦੇਣੀ ਇੱਕ ਸਮੱਸਿਆ ਹੈਗੀ ਹੈ ਕਿ ਤੁਸੀਂ ਮੌਰਗੇਜ 30 ਸਾਲ ਦੇ ਲਈ ਜਾਂ 15 ਸਾਲ ਲਈ ਕਰਾਉਣੇ ਆ, ਉਹਦੀ ਇੱਕ ਅਮਾਊਂਟ ਬਣਦੀ ਹੈ ਕਿ ਜਿਹੜੀ ਤੁਸੀਂ ਮੰਥਲੀ ਪੇ ਕਰਦੇ ਆ। ਪਰ ਉਹਦੇ ਤੋਂ ਪਹਿਲਾਂ ਤੁਹਾਨੂੰ ਘੱਟੋ ਘੱਟ 20% ਜਿਹੜਾ ਆਮ ਹਾਲਤਾਂ ਦੇ ਵਿੱਚ ਆ ਉਹਦਾ ਡਾਊਨ ਪੇਮੈਂਟ ਦੇਣੀ ਪੈਂਦੀ ਆ। ਅਤੇ ਉਹ ਜੇ ਮਿਲੀਅਨ ਦਾ ਘਰ ਆ, ਵੈਸੇ ਤਾਂ ਮਿਲੀਅਨ ਦਾ ਆਉਂਦਾ ਕੁਛ ਨਹੀਂ ਉੱਥੇ, ਤਾਂ $2 ਲੱਖ ਤੁਹਾਨੂੰ ਪਹਿਲਾਂ ਡਾਊਨ ਪੇਮੈਂਟ ਦੇਣੀ ਪੈਣੀ ਹੈ, ਅਤੇ $2 ਲੱਖ ਲੋਕਾਂ ਕੋਲ ਇਕੱਠਾ ਹੈ ਨਹੀਂ, ਜਾਂ ਜਿੰਨੀ ਵੀ ਉਹਦੀ ਡਾਊਨ ਪੇਮੈਂਟ 2 ਲੱਖ 4 ਲੱਖ ਹੈਗੀ ਆ, ਉਹਦੇ ਵਿੱਚ ਫਿਰ ਮਾਪੇ ਮਦਦ ਕਰ ਰਹੇ ਆ। ਅਤੇ ਉਹ ਜਿਹੜੀ ਮਾਪਿਆਂ ਦੀ ਮਦਦ ਆ, ਜਿਹੜਾ ਉਹ ਗਿਫਟ ਚੈੱਕ ਦੇ ਰਿਹਾ ਬੱਚਿਆਂ ਨੂੰ, ਉਹਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਪਿਛਲੇ ਸਾਲਾਂ ਦੇ ਵਿੱਚ। ਦੂਜੇ ਸ਼ਬਦਾਂ ਦੇ ਵਿੱਚ ਇਹਦਾ ਇਹ ਵੀ ਇੱਕ ਅਰਥ ਆ ਕਿ ਹੁਣ ਕੱਲਾਕਾਰਾ ਬੰਦਾ ਬਿਨਾਂ ਮਾਪਿਆਂ ਦੀ ਮਦਦ ਤੋਂ ਜਾਂ ਬਿਨਾਂ ਕਿਸੇ ਬਾਹਰੀ ਮਦਦ ਤੋਂ ਘਰ ਲੈਣ ਦੇ ਯੋਗ ਹੀ ਨਹੀਂ। ਉਹਦੇ ਕੋਲ ਡਾਊਨ ਪੇਮੈਂਟ ਹੀ ਨਹੀਂ ਇਕੱਠੀ ਹੁੰਦੀ। ਕੀਮਤਾਂ ਜਿਹੜੀਆਂ ਇੰਨੀਆਂ ਜ਼ਿਆਦਾ ਪਿਛਲੇ ਸਮੇਂ ਦੇ ਵਿੱਚ ਵਧੀਆਂ। 2015 ਤੋਂ ਲੈ ਕੇ 2021 ਤੱਕ ਜਿਹੜਾ ਸਾਰਾ ਕੁਛ ਆ ਕਾਫੀ ਜ਼ਿਆਦਾ ਇਹਦੇ ਵਿੱਚ ਵਧਿਆ ਆ। ਫਸਟ ਟਾਈਮ ਹੋਮ ਬਾਇਰ ਜਿਹੜੇ ਹੈਗੇ ਆ ਉਹ ਆਪਣੇ ਪੇਰੈਂਟਸ ਤੋਂ ਗਿਫਟ ਲੈਂਦੇ ਆ, ਔਰ 12% ਤੋਂ ਲੈ ਕੇ ਕਹਿੰਦੇ 23% ਜਿਹੜੇ 12% ਤੋਂ ਲੈ ਕੇ 23% ਤੱਕ ਇਹ ਆਲਮੋਸਟ ਜਿਹੜਾ ਡਬਲ ਆ ਇਹ ਨੰਬਰ ਹੋ ਗਿਆ ਜਿੰਨੀ ਮਦਦ ਉਹ ਲੈਂਦੇ ਆ। ਕੁਛ ਥਾਵਾਂ ਦੇ ਉੱਤੇ ਕਹਿੰਦੇ ਪ੍ਰਪੋਰਸ਼ਨ ਥੋੜ੍ਹਾ ਜਿਹਾ ਡਿੱਗਿਆ ਸੀ ਸਮੇਂ ਦੇ ਨਾਲ, ਪਰ ਬਹੁਤਾ ਕਰਕੇ ਇਹ ਡਾਊਨ ਪੇਮੈਂਟ ਦੇ ਵਿੱਚ ਘਰਦਿਆਂ ਦੀ ਮਦਦ ਲਗਾਤਾਰ ਵੱਧਦੀ ਜਾ ਰਹੀ ਆ। ਔਰ ਉਹਦੇ ਵਿੱਚ ਫਿਰ ਉਹ ਕਿੱਥੋਂ ਲੈਂਦੇ ਆ, ਬਹੁਤੀ ਕਹਿੰਦੇ ਉਹਨਾਂ ਦੀ ਜਿਹੜੀ ਇਹ ਸੇਵਿੰਗ ਆ ਘਰਦਿਆਂ ਦੀ ਵੈਨਕੂਵਰ ਅਤੇ ਟੋਰਾਂਟੋ ਏਰੀਆ ਦੇ ਵਿੱਚ ਜਿਹੜਾ ਵੱਡਾ ਪੋਰਸ਼ਨ ਆ ਉਹਨਾਂ ਦੀ ਇਸ ਗਿਫਟਿੰਗ ਦਾ, ਉਹ ਸੇਵਿੰਗ ਆ ਉਹਨਾਂ ਦੀ ਜਿਹੜੀ ਹੌਲੀ ਹੌਲੀ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਵਧੀ ਹੈ। ਸੋ ਇਸ ਵੇਲੇ ਇਹਦੇ ਨਾਲ ਜਿੱਥੇ ਡਾਊਨ ਪੇਮੈਂਟ ਜ਼ਿਆਦਾ ਦੇਣ ਦੇ ਨਾਲ ਥੋੜ੍ਹੀ ਜਿਹੀ ਮੌਰਗੇਜ ਦੀ ਰਕਮ ਘਟ ਜਾਂਦੀ ਆ, ਦੂਜਾ ਉਹਦੇ ਤੋਂ ਬਾਅਦ ਜਿਹੜੀ ਮਦਦ ਵੀ ਮਾਪੇ ਆਪਣੇ ਬੱਚਿਆਂ ਦੀ ਇਸ ਕੰਮ ਦੇ ਵਿੱਚ ਕਰਦੇ ਆ। ਅਤੇ ਫਿਰ ਉਹ ਜਿਹੜਾ ਇਹਦੇ ਨਾਲ ਜਿੱਦਾਂ ਬ੍ਰਿਟਿਸ਼ ਕੋਲੰਬੀਆ ਆ, ਜਿਹੜੇ ਗਿਫਟ ਆ ਉਹ ਓਨਟਾਰੀਓ ਦੇ ਵਿੱਚ ਥੋੜ੍ਹੇ ਜਿਹੇ ਜ਼ਿਆਦਾ ਕਹਿੰਦੇ 33% ਹੈਗੇ ਆ ਫਸਟ ਟਾਈਮ ਹੋਮ ਬਾਇਰ ਜਿਹੜੇ ਗਿਫਟ ਰਿਸੀਵ ਕਰਦੇ ਆ, ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਨੰਬਰ 30% ਦੱਸਿਆ ਜਾ ਰਿਹਾ ਆ। ਅਤੇ ਇਹਦੀ ਲਗਾਤਾਰ ਜਿਹੜੀ ਅਮਾਊਂਟ ਆ ਉਹ ਹੌਲੀ ਹੌਲੀ ਵੱਧ ਰਹੀ ਆ। ਅਤੇ ਜਿੱਥੇ ਇਹ ਇੱਕ ਪਾਸੇ ਜਿਹੜੀ ਚੰਗੀ ਗੱਲ ਆ ਕਿ ਮਾਪੇ ਬੱਚਿਆਂ ਦੀ ਮਦਦ ਕਰ ਰਹੇ ਆ, ਪਰ ਇਹਦਾ ਦੂਜਾ ਪਾਸਾ ਇਹ ਆ ਕਿ ਘਰ ਹੀ ਇੰਨੇ ਜ਼ਿਆਦਾ ਮਹਿੰਗੇ ਹੋ ਗਏ ਕਿ ਜਿਹੜੀ ਅਗਲੀ ਪੀੜ੍ਹੀ ਆ ਉਹ ਆਪਣੀਆਂ ਇਹਨਾਂ ਕਮਾਈਆਂ ਦੇ ਨਾਲ ਘਰ ਲੈਣ ਦੇ ਕਾਬਲ ਵੀ ਨਹੀਂ ਹੋ ਰਹੀ। ਕੋਵਿਡ ਬਾਰੇ, ਕੋਵਿਡ ਵੈਕਸੀਨ ਆਈ, ਇਹਦੇ ਬਾਰੇ ਬਹੁਤ ਚਰਚਾ ਚੱਲੀ, ਅਤੇ ਫਿਰ ਕੋਵਿਡ ਦਾ ਇਲਾਜ ਜਿਹੜੀ ਕਰਨ ਦੇ ਲਈ ਕਈ ਦਵਾਈਆਂ ਸਾਹਮਣੇ ਆਈਆਂ। ਜਦੋਂ ਕਿਸੇ ਵਿਅਕਤੀ ਨੂੰ ਕੋਵਿਡ ਹੋ ਜਾਂਦਾ, ਉਹ ਉਸ ਵੇਲੇ ਉਹਦਾ ਇਲਾਜ ਕਿਸ ਤਰੀਕੇ ਨਾਲ ਕੀਤਾ ਜਾਣਾ, ਇਹਦੀਆਂ ਬਹੁਤ ਸਾਰੀਆਂ ਦਵਾਈਆਂ ਸੀਗੀਆਂ ਜਿਹਦੇ ਬਾਰੇ ਪਿਛਲੇ ਸਮੇਂ ਦੇ ਵਿੱਚ ਕਾਫੀ ਗੱਲਬਾਤ ਚੱਲੀ। ਰੈਮਡੇਸਿਵੀਰ ਨੂੰ ਵੀ ਇਹਦੇ ਲਈ ਯੂਜ਼ ਕੀਤਾ ਗਿਆ। ਕਈ ਇੱਦਾਂ ਦੀਆਂ ਦਵਾਈਆਂ ਜਿਹੜੀਆਂ ਜਦੋਂ ਅਮਰੀਕਾ ਦੇ ਵਿੱਚ ਪੁਰਾਣੇ ਰਾਸ਼ਟਰਪਤੀ ਟਰੰਪ ਸੀ, ਉਹਨਾਂ ਨੇ ਕਿੰਨੀਆਂ ਹੀ ਜਿਹੜੀਆਂ ਉਹਦੀਆਂ ਡੋਜ਼ਸ ਸੀਗੀਆਂ ਉਹ ਮੰਗਵਾ ਲਈਆਂ ਬਾਹਰੋਂ, ਪਰ ਬਾਅਦ 'ਚ ਪਤਾ ਲੱਗਿਆ ਕਿ ਕੰਮ ਹੀ ਨਹੀਂ ਕਰਦੀ। ਕੋਵਿਡ ਦੇ ਉੱਤੇ ਮਰਕ ਕੰਪਨੀ ਦੀ ਦਵਾਈ ਜਿਹੜੀ ਉਹਦੇ ਬਾਰੇ ਵੀ ਚਰਚਾ ਚੱਲਦੀ ਆ। ਹੁਣ ਇੱਕ ਹੋਰ ਗੱਲਬਾਤ ਸਾਹਮਣੇ ਆਈ ਹੈ, ਇੱਕ ਬੜੀ ਸਸਤੀ ਜੀ ਐਂਟੀ ਡਿਪਰੈਸੈਂਟ ਗੋਲੀ ਆ ਜਿਹੜੀ ਆਮ ਤੌਰ 'ਤੇ ਲੋਕ ਖਾਂਦੇ ਆ। ਉਹ ਕਹਿੰਦੇ ਜੇ ਕੋਵਿਡ-19 ਦੇ ਵਿੱਚ ਖਾ ਲਓ ਤਾਂ ਇਹਦੇ ਨਾਲ ਹੌਸਪੀਟਲ ਜਾਣ ਦਾ ਰਿਸਕ ਬਹੁਤ ਜ਼ਿਆਦਾ ਘੱਟ ਜਾਂਦਾ। ਇੱਕ ਸਟੱਡੀ ਸਾਹਮਣੇ ਆਈ ਹੈ ਇਸ ਕਰੋਨਾ ਵਾਇਰਸ ਦੇ ਬਾਰੇ ਵਿੱਚ। ਇਹ ਪਿੱਲ ਇਹਨਾਂ ਨੇ ਯੂਜ਼ ਕਹਿੰਦੇ ਲੋਕ ਕਰਦੇ ਆ ਡਿਪਰੈਸ਼ਨ ਦੇ ਲਈ, ਜਾਂ ਜਿਹੜੀ ਅਬਸੈਸਿਵ ਕੰਪਲਸਿਵ ਡਿਸਆਰਡਰ ਆ ਉਹਦੇ ਨਾਲ ਕਹਿੰਦੇ ਇਨਫਲਾਮੇਸ਼ਨ ਵਗੈਰਾ ਜਿਹੜੀ ਘਟ ਜਾਂਦੀ ਆ, ਇਹ ਸਟੱਡੀਜ਼ ਦੱਸ ਰਹੀਆਂ ਆ। ਅਤੇ ਇਹ ਰਿਜ਼ਲਟ ਕਹਿੰਦੇ ਸ਼ੇਅਰ ਕੀਤੇ ਉਹਨਾਂ ਨੇ US ਨੈਸ਼ਨਲ ਇੰਸਟੀਚਿਊਟ ਆਫ ਹੈਲਥ ਨੇ, ਜਿਹੜੀ ਉਹਨਾਂ ਨੇ ਇੱਕ ਟਰੀਟਮੈਂਟ ਗਾਈਡਲਾਈਨਸ ਪਬਲਿਸ਼ ਕੀਤੀਆਂ ਆ, ਅਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਲਈ ਉਹ ਆਸ ਕਰਦੇ ਆ ਵੀ ਉਹ ਇਹਨੂੰ ਰਿਕਮੈਂਡ ਕਰ ਦੇਣਗੇ। ਅਤੇ ਜੇ ਉਹ ਕਹਿੰਦੇ WHO ਇਸ ਗੱਲ ਨੂੰ ਰਿਕਮੈਂਡ ਕਰ ਦਿੰਦਾ ਤਾਂ ਇਹ ਬਹੁਤ ਵੱਡੀ ਇੱਕ ਗੱਲਬਾਤ ਹੋਊਗੀ। ontario ਦੇ ਵਿੱਚ ਜਿਹੜੀ ontario ਦੇ ਵਿੱਚ ਕੁਛ ਯੂਨੀਵਰਸਿਟੀ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਪ੍ਰੋਫੈਸਰ ਆ ਉਹ ਇਹਦੇ ਉੱਤੇ ਕੰਮ ਕਰ ਰਹੇ ਆ। ਉਹ ਕਹਿੰਦੇ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜੀ ਐਂਟੀ ਡਿਪਰੈਸੈਂਟ ਗੋਲੀ ਦੀ ਅਸੀਂ ਜ਼ਿਕਰ ਕਰ ਰਹੇ ਹਾਂ, ਫਲੂਵੋਕਸਾਮਾਈਨ ਇਹਦਾ ਨਾਂ ਦੱਸਦੇ ਆ। ਇਹ ਕਹਿੰਦੇ ਸਸਤੀ ਜੀ ਹੈਗੀ, $4 ਦੇ ਵਿੱਚ ਹੀ ਟਰੀਟਮੈਂਟ ਹੋ ਜਾਂਦੀ ਹੈ ਸਾਰੀ ਕੋਵਿਡ ਦੀ।
ਸੋ ਇਹ ਇੱਕ ਪਿੱਲ, ਇੱਕ ਗੋਲੀ ਜਿਹੜੀ ਐਂਟੀ ਡਿਪਰੈਸੈਂਟ ਵਜੋਂ ਯੂਜ਼ ਕੀਤੀ ਜਾਂਦੀ ਹੈ। ਕੋਵਿਡ-19 ਦੀ ਟ੍ਰੀਟਮੈਂਟ ਲਈ ਕਹਿੰਦੇ ਜੇ ਯੂਜ਼ ਕਰੋ ਤਾਂ $4 ਦੇ ਵਿੱਚ ਬੰਦਾ ਠੀਕ ਹੋ ਜਾਂਦਾ। ਅਤੇ ਜੇ ਇਹਦਾ ਕੰਪੈਰੀਜ਼ਨ ਕਰਦੇ ਆ ਤੁਸੀਂ IV ਟ੍ਰੀਟਮੈਂਟ ਦੇ ਨਾਲ, ਤਾਂ ਉਹ ਕਹਿੰਦੇ $2000 ਪੈਂਦਾ। ਅਤੇ ਜਿਹੜੀ ਮਰਕਸ ਦੀ MERC, ਇੱਕ ਮਰਕ ਦੀ ਕੰਪਨੀ ਜਿਹੜੀ ਆ ਉਹ ਬਣਾ ਰਹੀ ਹੈ ਇੱਕ ਐਕਸਪੈਰੀਮੈਂਟਲ ਐਂਟੀਵਾਇਰਲ ਪਿੱਲ ਕੋਵਿਡ-19 ਦੀ, ਉਹ $700 ਉਹਦਾ ਪਰ ਕੋਰਸ ਦਾ ਪੈਂਦਾ। ਸੋ ਇਹ ਜਿਹੜੀ ਐਂਟੀ ਡਿਪਰੈਸੈਂਟ ਗੋਲੀ ਜਿਹਦੇ ਉੱਤੇ ਐਕਸਪੈਰੀਮੈਂਟ ਚੱਲ ਰਿਹਾ ਜਾਂ ਸਟੱਡੀ ਸਾਹਮਣੇ ਆਈ ਆ, ਫਲੂਵੋਕਸਾਮਾਈਨ, ਇਹ ਦੱਸਿਆ ਜਾ ਰਿਹਾ ਕਿ ਸਿਰਫ $4 ਦੇ ਵਿੱਚ ਹੀ ਬੰਦੇ ਨੂੰ ਠੀਕ ਕਰ ਦਿੰਦੀ ਆ। ਕੁਛ ਜਿਹੜੇ ਆ ਇਹ ਐਕਸਪਰਟ ਆ ਪ੍ਰੋਡਕਟ ਇਹ ਵੀ ਕਰ ਰਿਹਾ ਕਿ ਇਹਨੂੰ ਦੂਜਿਆਂ ਦੇ ਨਾਲ ਕੰਬੀਨੇਸ਼ਨ ਕਰਕੇ ਯੂਜ਼ ਕੀਤਾ ਜਾਊਗਾ। ਐਂਟੀ ਡਿਪਰੈਸੈਂਟ ਕਹਿੰਦੇ 1500 ਬ੍ਰਾਜ਼ੀਲੀਅਨ ਦੇ ਉੱਤੇ ਇਹਦੀ ਸਟੱਡੀ ਕੀਤੀ ਗਈ ਹੈ, ਅਤੇ ਜਿਹੜੇ ਸਵੀਅਰ ਇਲਨੈਸ ਦੇ ਰਿਸਕ ਦੇ ਉੱਤੇ ਸੀਗੇ, ਅਤੇ ਉਹਨਾਂ ਦਾ ਜਿਹੜਾ ਬਚਾਅ ਹੋਇਆ। ਇਹਨਾਂ ਦੇ ਵਿੱਚੋਂ ਅੱਧੇ ਨੂੰ ਕਹਿੰਦੇ ਐਂਟੀ ਡਿਪਰੈਸੈਂਟ ਦਿੱਤੀ ਹੈ ਘਰ ਦੇ ਵਿੱਚ ਹੀ 10 ਦਿਨ ਲਈ, ਅਤੇ ਬਾਕੀ ਜਿਹੜੇ ਸੀਗੇ ਉਹਨਾਂ ਨੂੰ ਡਮੀ ਪਿਲਸ ਦਿੱਤੀਆਂ ਗਈਆਂ। 4 ਵੀਕ ਲਈ ਉਹਨੇ ਟਰੈਕ ਕੀਤਾ, ਅਤੇ ਬਾਅਦ ਦੇ ਵਿੱਚ ਜਿਹੜੇ ਉਹ ਕਹਿੰਦੇ ਦੇਵੀ ਹੌਸਪੀਟਲ ਦੇ ਵਿੱਚ ਆਏ ਆ ਉਹ ਜਿਹੜੇ ਜਿਨ੍ਹਾਂ ਨੇ ਇਹ ਨਹੀਂ ਲਈ ਸੀ, ਅਤੇ ਜਿਹੜੇ ਡਰੱਗ ਲੈਣ ਵਾਲੇ ਸੀਗੇ ਉਹਨਾਂ ਦੇ ਵਿੱਚ ਸਿਰਫ 11% ਨੂੰ ਜਿਹੜੀ ਹੌਸਪੀਟਲਾਈਜੇਸ਼ਨ ਦੀ ਲੋੜ ਪਈ ਹੈ। ਸੋ ਇੱਕ ਕਲੀਅਰ ਕੱਟ ਗੱਲਬਾਤ ਸਾਹਮਣੇ ਆਈ ਹੈ ਕਿ ਇਸ ਦਵਾਈ ਦੇ ਨਾਲ ਫਾਇਦਾ ਹੋ ਸਕਦਾ। ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਸੀ। ਕਈ ਦਵਾਈਆਂ ਦਾ ਪਹਿਲਾਂ ਫਾਇਦਾ ਦੱਸਿਆ ਗਿਆ, ਬਾਅਦ ਦੇ ਵਿੱਚ ਦੱਸਿਆ ਗਿਆ ਕਿ ਇਹਨਾਂ ਦਾ ਓਨਾ ਫਾਇਦਾ ਨਹੀਂ ਹੁੰਦਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।